स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅਸੀਂ ਵਾਰ-ਵਾਰ ਗੱਲਾਂ ਕਰਦੇ ਹਾਂ ਕਿ ਪੰਜਾਬ ਦੇ ਸੱਭਿਆਚਾਰ ਨੂੰ, ਵਿਰਸੇ ਤੇ ਵਿਰਾਸਤ ਨੂੰ ਸੰਭਾਲਣ ਦੀ ਜ਼ਰੂਰਤ ਹੈ ਤੇ ਇਹ ਸਾਂਭੇਗਾ ਕੌਣ। ਸਭ ਤੋਂ ਵੱਡੀ ਜ਼ਿੰਮੇਵਾਰੀ ਅਸੀਂ ਆਪਣੇ ਲੇਖਕਾਂ ਅਤੇ ਆਪਣੇ ਕਲਾਕਾਰਾਂ ਦੇ ਉੱਤੇ ਸੁੱਟਦੇ ਹਾਂ ਕਿ ਜੋ ਅਸੀਂ ਦੇਖਦੇ ਹਾਂ, ਜੋ ਬਾਜ਼ਾਰ ਦੇ ਵਿੱਚ ਆਂਦਾ, ਮਾਰਕੀਟ ਦੇ ਵਿੱਚ ਆਂਦਾ, ਉਹੀ ਪ੍ਰਫੁੱਲਤ ਹੁੰਦਾ। ਅਜਿਹੇ ਦੇ ਵਿੱਚ ਬੜੇ ਸਾਰੇ ਸਿੰਗਰ ਅਜਿਹੀ ਕੋਸ਼ਿਸ਼ ਕਰਦੇ ਨੇ ਕਿ ਸਾਫ਼ ਸੁਥਰੇ ਗਾਣੇ ਗਾਏ ਜਾਣ, ਲੱਚਰਤਾ ਤੋਂ ਦੂਰ ਰਿਹਾ ਜਾਵੇ, ਸੱਭਿਅਕ ਗਾਣੇ ਗਾਏ ਜਾਣ, ਪਰ ਉਹ ਕਿੰਨੇ ਕੁ ਬਾਜ਼ਾਰਾਂ ਦੇ ਵਿੱਚ ਵਿਕਦੇ ਨੇ ਇਸ ਤੋਂ ਵੀ ਅਸੀਂ ਚੰਗੀ ਤਰ੍ਹਾਂ ਵਾਕਫ ਹਾਂ। ਪਰ ਗੱਲ ਮੁੱਕਦੀ ਇੱਥੇ ਨਹੀਂ ਹੈ ਕਿ ਤੁਸੀਂ ਸਿਰਫ ਗਾ ਦਿੱਤਾ, ਤੁਸੀਂ ਪਰੋਸ ਦਿੱਤਾ ਤੇ ਉਹ ਲੋਕਾਂ ਤੱਕ ਪਹੁੰਚ ਗਿਆ, ਪਰ ਅਸਲ ਜੀਵਨ ਦੇ ਵਿੱਚ ਤੁਸੀਂ ਕੀ ਵਾਕਈ ਸੱਭਿਆਚਾਰ ਦੇ ਹਾਣੀ ਹੈਗੇ ਹੋ? ਵਾਕਈ ਤੁਸੀਂ ਚਾਹੁੰਦੇ ਹੋ ਕਿ ਸੱਭਿਆਚਾਰ ਅੱਗੇ ਵਧੇ? ਪਰ ਅਸਲੀਅਤ ਤੁਹਾਡੀ ਜਦੋਂ ਸਾਹਮਣੇ ਆਉਂਦੀ ਹੈ ਸੋਸ਼ਲ ਮੀਡੀਆ ਤੇ, ਫਿਰ ਅਸੀਂ ਸੋਚਣ ਤੇ ਸਮਝਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਸਿਰਫ ਤੇ ਸਿਰਫ ਇਹ ਦਿਖਾਵੇ ਤੱਕ ਹੀ ਸੀਮਤ ਨਹੀਂ ਹੈ ਜਾਂ ਆਪਣੀ ਮਾਰਕੀਟ ਚਮਕਾਉਣ ਤੱਕ ਹੀ ਨਹੀਂ ਹੈ। ਹਾਲ ਹੀ ਦੇ ਵਿੱਚ ਦੋ ਸਿੰਗਰ ਆਮੋ ਸਾਹਮਣੇ ਹੋਏ ਔਰ ਇੱਕ ਨੇ ਸੱਭਿਆਚਾਰ ਦੀ ਦੁਹਾਈ ਪਾਉਂਦਿਆਂ ਹੋਇਆਂ ਦੇਸ਼ ਦੁਨੀਆ ਦੀਆਂ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢੀਆਂ ਤੇ ਦੂਜੇ ਨੇ ਤਾਂ ਸ਼ਰੇਆਮ ਹੀ ਗਾਲਾਂ ਕੱਢੀਆਂ। ਫਿਰ ਅਸੀਂ ਇਹ ਸਮਝੀਏ ਕਿ ਕਿਹੜਾ ਸੱਭਿਆਚਾਰ ਅਸੀਂ ਸਾਂਭਣ ਦੀ ਇਹ ਕੋਸ਼ਿਸ਼ ਕਰ ਰਹੇ ਹਾਂ ਜਾਂ ਸੱਭਿਆਚਾਰ ਨੂੰ ਸੰਭਾਲਣ ਦਾ ਹੌਕਾ ਦੇਣ ਦਾ ਸਿਰਫ ਅਸੀਂ ਢੋਂਗ ਰਚਾਇਆ ਹੋਇਆ। ਗੱਲ ਸਿਰਫ ਸਿੰਗਰਾਂ ਤੱਕ ਹੀ ਨਹੀਂ ਮੁੱਕ ਜਾਂਦੀ, ਹੁਣ ਤਾਂ ਗੱਲ ਪ੍ਰਚਾਰਕਾਂ ਤੱਕ ਆ ਗਈ ਹੈ। ਇੱਕ ਧਰਮ ਪ੍ਰਚਾਰਕ ਦੇ ਖਿਲਾਫ ਦੂਜੇ ਧਰਮ ਪ੍ਰਚਾਰਕ ਨੇ ਪਰਚਾ ਦਰਜ ਕਰਾ ਦਿੱਤਾ ਸਿਰਫ ਇਸ ਲਈ ਕਿ ਇਸਨੇ ਆਪਣੀ ਧਾਰਮਿਕ ਸਟੇਜ ਤੇ ਸਾਨੂੰ ਨਿੰਦਿਆ, ਸਾਨੂੰ ਭੰਡਿਆ। ਤੇ ਫਿਰ ਅਸੀਂ ਇਹ ਸੋਚੀਏ ਕਿ ਜੇ ਧਰਮ ਪ੍ਰਚਾਰਕਾਂ ਦਾ ਵੀ ਇਹ ਹਾਲ ਹੈ ਤਾਂ ਫਿਰ ਰੱਬ ਹੀ ਰਾਖਾ ਹੈ ਇਸ ਮੁਲਕ ਦਾ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ, ਇਸ ਫੀਲਡ ਨਾਲ ਜੁੜੇ ਹੋਏ ਵੀ। ਡਾਕਟਰ ਸਾਹਿਬ ਸਿੰਘ ਜੀ ਮੌਜੂਦ ਨੇ ਸਾਡੇ ਨਾਲ, ਨਿਰਦੇਸ਼ਕ, ਲੇਖਕ ਨੇ, ਫਿਲਮ ਤੇ ਰੰਗਮੰਚ ਦੀ ਦੁਨੀਆ ਨਾਲ ਜੁੜੇ ਹੋਏ ਨੇ। ਪ੍ਰੋਫੈਸਰ ਮਨਜੀਤ ਸਿੰਘ ਜੀ ਸਿਆਸੀ ਮਾਹਰ ਨੇ ਔਰ ਇਹਨਾਂ ਸਾਰੇ ਮੁੱਦਿਆਂ ਤੇ ਇਹਨਾਂ ਦੀ ਚੰਗੀ ਪਕੜ ਹੈ। ਤਰਲੋਚਨ ਸਿੰਘ ਜੀ ਸੀਨੀਅਰ ਪੱਤਰਕਾਰ ਨੇ, ਪੰਜਾਬੀ ਦੇ ਲੰਬਰਦਾਰ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਭਾਸ਼ਾ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਜ਼ਿੰਮੇਵਾਰੀ। ਇੰਦਰਪਾਲ ਸਿੰਘ ਜੀ ਡਾਇਰੈਕਟਰ ਓਵਰਸੀਜ਼ ਨੇ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ। ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਅਸਲ ਦੇ ਵਿੱਚ ਪਰਿਭਾਸ਼ਾ ਕੀ ਹੋਣੀ ਚਾਹੀਦੀ ਹੈ, ਅਸੀਂ ਇਹਨਾਂ ਤੋਂ ਸਮਝਾਂਗੇ। ਸਭ ਤੋਂ ਪਹਿਲਾਂ ਅਸੀਂ ਕੁਝ ਦ੍ਰਿਸ਼ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ। ਵੈਸੇ ਤਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖੇ ਪਏ ਨੇ, ਪਰ ਮੁੱਢ ਬਣ ਜਾਂਦਾ ਹੈ ਕਿ ਇੱਕ ਵਾਰ ਆਪਾਂ ਉਹ ਦੇਖ ਲਈਏ, ਗੋ ਥਰੂ ਹੋ ਜਾਈਏ, ਫਿਰ ਅੱਗੇ ਵਧਦੇ ਹਾਂ। 9:45 ਤੇ ਮੇਰੀ ਫਲਾਈਟ ਲੈਂਡ ਹੋਣੀ ਆ ਜੀ ਦਿੱਲੀ 에ਅਰਪੋਰਟ ਤੇ, ਇੰਟਰਨੈਸ਼ਨਲ 에ਅਰਪੋਰਟ ਤੇ। ਜੇ ਤੂੰ ਆਪਦੇ ਸਕੇ ਮਾਂ ਪਿਓ ਦਾ ਨਾ ਮੂਹਰੇ ਖੜਾ ਹੋਈ ਤਾਂ ਫਿਰ ਮੈਂ ਆਪਦੇ ਪਿਓ ਦਾ ਨਹੀਂ, ਜਾਂ ਤੂੰ ਸਾਨੂੰ ਸਨੈਪਚੈਟ ਤੇ ਬੈਠਾ ਉੱਥੇ ਗਾਲਾਂ ਕੱਢ ਰਿਹਾ ਤੇ ਤੇਰੇ ਇੱਥੇ ਬੱਦੋਵਾਲ ਸ਼ਹਿਰ ਲੁਧਿਆਣੇ ਦੇ ਵਿੱਚ ਆਏ ਆ ਆਪਣੇ ਕੰਮਕਾਰ ਛੱਡ ਕੇ, ਤੇਰੇ ਵਰਗੇ ਵਿਹਲੜ ਬੰਦੇ ਨੂੰ ਹੀ, ਕਿਉਂਕਿ ਆਪਾਂ ਇਹ ਚੀਜ਼ਾਂ ਨੂੰ ਲਾਇਕ ਨਹੀਂ ਕਰਦੇ, ਟਾਈਮ ਪਾਉਣਾ ਜਾਂ ਕੁਝ। ਬਾਕੀ ਜਦੋਂ ਤੂੰ ਸਾਨੂੰ ਮੌਕੇ ਤੇ ਟੱਕਰੇਗਾ ਉਦੋਂ ਆਪਾਂ ਆਪਣੇ ਆਪ ਵੇਖ ਲਾਂਗੇ ਹੀ ਕਰਨਾ। ਜਦੋਂ ਤੁਹਾਨੂੰ ਕਿਸੇ ਕਾਨੂੰਨ ਦੇ ਵਿੱਚ ਕੋਈ ਰਾਈਟ ਮਿਲਿਆ ਹੋਇਆ, ਕਿਸੇ ਕਾਨੂੰਨ ਦੇ ਵਿੱਚ ਕੋਈ ਰਾਈਟ ਮਿਲਿਆ ਹੋਇਆ, ਅਸੀਂ ਜੋ ਕਾਰਵਾਈ ਕੀਤੀ ਹੈ ਕਾਨੂੰਨ ਦੇ ਮੁਤਾਬਕ ਕੀਤੀ ਹੈ। ਅਸੀਂ ਕਿਹੜਾ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਗੱਲ ਕੀਤੀ ਆ। ਫਿਲਹਾਲ ਤਾਂ ਹਜੇ ਕ੍ਰਿਮੀਨਲ ਡੈਫਾਮੇਸ਼ਨ ਦਾਇਰ ਹੋਈ ਆ, ਉਹ ਤਾਂ ਹਜੇ ਸਾਡੇ ਵਕੀਲ ਸਾਹਿਬ ਨੇ ਕਿਹਾ ਸੀ ਤੇ ਪਰ ਇਹਨੇ ਮੈਨੂੰ ਲੱਗਦਾ ਕਿ ਉਹਦਾ ਵੀ ਇੱਕ ਮਜ਼ਾਕ ਉਡਾਇਆ ਪ੍ਰੈਸ ਦੇ ਵਿੱਚ ਕਿ ਇਹਨਾਂ ਦੇ ਡੇਰੇ ਬੰਦ ਹੋ ਰਹੇ ਨੇ, ਇਸ ਕਰਕੇ ਹੁਣ ਇਹ ਮੇਰੇ ਤੋਂ ਜਿਹੜੇ ਨੇ ਇਹ ਗ੍ਰਾਹੀ ਕਰਨੀ ਚਾਹੁੰਦੇ ਨੇ। ਮੈਂ ਕਹਿਣਾ ਕਿ ਜੇ ਕਿਸੇ ਨੂੰ ਭੁਲੇਖਾ ਤੇ ਉਹ ਆ ਜਾਵੇ, ਦੇਖ ਲਵੇ ਆ ਕੇ ਅਸਥਾਨ ਤੇ ਵੀ ਕਿਹੜੇ ਬੰਦ ਹੋਣਗੇ। ਪਰ ਮੈਂ ਕਹਿਣਾ ਚਾਹੁੰਦਾ ਵੀ ਇਹਦਾ ਇਹ ਕਹਿਣਾ ਕਿ ਜਿਹੜਾ 2 ਕਰੋੜ ਦਾ ਮਸਲਾ ਇਹਨੇ ਕਿਹਾ, ਇਹ ਵੀ ਇਹਨੇ ਕਾਨੂੰਨ ਦਾ ਮਜ਼ਾਕ ਉਡਾਇਆ। ਜਿਹੜੀ ਇਹ ਇਲਜ਼ਾਮ ਨੇ, ਮੈਂ ਕਿਉਂਕਿ ਮਾਮਲਾ ਸਬ ਜੁਡੀਸ਼ੀਅਲ ਹੋ ਚੁੱਕਿਆ ਹੈ, ਕੋਰਟ ਦੇ ਵਿੱਚ ਆ, ਇਸ ਕਰਕੇ ਮੈਂ ਇਹਨਾਂ ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕਰ ਸਕਦਾ। ਇਹਦੇ ਬਾਰੇ ਸਾਡੇ ਵਕੀਲ ਦੱਸਣਗੇ। ਇਹਦੇ ਉੱਤੇ ਜੋ ਵੀ ਕਿਹਾ ਮੈਂ ਇਹੀ ਐਲਾਨ ਕਰ ਰਿਹਾ ਵੀ ਇਹਦੇ ਤੇ ਵੀ ਕਾਰਵਾਈ ਹੋਊਗੀ ਕਾਨੂੰਨੀ। ਜਿਹੜਾ ਅਸੀਂ ਕੇਸ ਦਾਇਰ ਕੀਤਾ ਉਹ ਇਸ ਗੱਲ ਦਾ ਕੀਤਾ, ਜਿਹੜਾ 6 ਜੁਲਾਈ ਨੂੰ ਉਹਨੇ ਸਾਡੇ ਤੇ ਮੇਰਾ ਨਾਂ ਲੈ ਕੇ ਔਰ ਮੇਰੇ ਪਿਤਾ ਸੰਤ ਬਾਬਾ ਹਰੀ ਸਿੰਘ ਜੀ ਦਾ ਨਾਂ ਲੈ ਕੇ ਜਾਤੀ ਹਮਲੇ ਕੀਤੇ, ਉਹਦੇ ਤੇ ਕੀਤਾ। ਤੇ ਅੱਜ ਉਹਨੂੰ ਰੰਗਤ ਕੁਝ ਹੋਰ ਦੇਣਾ ਚਾਹੁੰਦਾ, ਮਤਲਬ ਜਿਹੜੀ ਆ ਪ੍ਰਚਾਰ ਦੀ, ਉਹਦਾ ਮੈਂ ਕਲੀਅਰ ਕੀਤਾ। ਜੇ ਇਹ ਸੱਚੇ ਹੋਣ ਤੇ ਫਿਰ ਅਸੀਂ ਕਾਨੂੰਨ ਕੋਲ ਜਾਵਾਂਗੇ। ਸੋ ਇਹ ਦੋ ਮਸਲੇ ਸਿਰਫ ਮਸਲੇ ਨੇ, ਉਹ ਇਹ ਉਦਾਹਰਨ ਨੇ ਸਾਡੇ ਸਮਾਜ ਦੀ, ਖਾਸ ਤੌਰ ਤੇ ਗਾਇਕੀ ਦੇ ਵਿੱਚ ਤੇ ਪ੍ਰਚਾਰਕਾਂ ਦੇ ਵਿੱਚ ਕਿੱਥੇ ਤੱਕ ਗਿਰਾਵਟ ਆ ਚੁੱਕੀ ਹੈ। 2 ਮਾਮਲੇ ਨੇ। ਪਹਿਲੇ ਮਾਮਲੇ ਤੋਂ ਸ਼ਾਇਦ ਤੁਸੀਂ ਚੰਗੀ ਤਰ੍ਹਾਂ ਵਾਕਫ ਹੋਵੋ, ਐਲੀ ਮੰਗੜ ਤੇ ਰਮੀ ਰੰਧਾਵਾ ਦਾ ਮਾਮਲਾ ਹੈ। ਦੂਸਰੇ ਮਾਮਲੇ ਦੇ ਬਾਰੇ ਵੀ ਦੱਸ ਦਈਏ ਕਿ ਪ੍ਰਚਾਰਕ ਨੇ ਗੁਰਪ੍ਰੀਤ ਰੰਧਾਵਾ ਤੇ ਉਹਨਾਂ ਦੇ ਪਿਤਾ ਹਰੀ ਸਿੰਘ ਰੰਧਾਵਾ, ਇਹਨਾਂ ਨੇ ਮਾਨਹਾਨੀ ਦਾ ਦਾਵਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਕੀਤਾ, ਕਿਉਂਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣੇ ਧਾਰਮਿਕ ਦੀਵਾਨ ਦੇ ਦੌਰਾਨ ਇਹਨਾਂ ਦੇ ਪ੍ਰਤੀ ਕੁਝ ਅਪਮਾਨਜਨਕ ਸ਼ਬਦ ਬੋਲੇ ਨੇ, ਇਹਨਾਂ ਦੇ ਦੀਵਾਨਾਂ ਦੇ ਪ੍ਰਤੀ ਅਪਮਾਨਜਨਕ ਸ਼ਬਦ ਬੋਲੇ ਨੇ, ਇਸ ਕਰਕੇ ਇਹਨਾਂ ਨੇ ਇਹ ਦਾਵਾ ਠੋਕਿਆ ਇਹਨਾਂ ਦੇ ਉੱਤੇ। ਡਾਕਟਰ ਸਾਹਿਬ ਸਿੰਘ ਜੀ, ਮੈਂ ਸ਼ੁਰੂਆਤ ਇਸ ਮਸਲੇ ਤੋਂ,
ਜਿਹੜੇ ਸਿੰਗਰਸ ਦੇ ਮਸਲੇ ਨੇ ਇਹਨਾਂ ਤੋਂ ਕਰਾਂਗੇ। ਇੱਕ ਕਹਿੰਦਾ ਹੈ ਕਿ ਮੈਂ ਸੱਭਿਆਚਾਰ ਨੂੰ ਅੱਗੇ ਵਧਾਉਣਾ ਚਾਹੁੰਦਾ, ਪੰਜਾਬੀ ਵਿਰਾਸਤ ਵਿਰਸੇ ਨੂੰ ਅੱਗੇ ਵਧਾਉਣਾ ਚਾਹੁੰਦਾ, ਤੇ ਮੈਂ ਉਹਨਾਂ ਗਾਇਕਾਂ ਨੂੰ ਇਹ ਕਹਿੰਦਾ ਕਿ ਉਹ ਛੱਡ ਦੇਣ ਜਿਹੜੇ ਗੰਦ ਪਾ ਰਹੇ ਨੇ, ਨਹੀਂ ਤਾਂ ਉਹਨਾਂ ਦੇ ਨਤੀਜੇ ਬੜੇ ਗੰਭੀਰ ਹੋਣਗੇ, ਸੱਟੇ ਬੜੇ ਗੰਭੀਰ ਭੁਗਤੇ ਜਾਣਗੇ। ਦੂਜਾ ਵੀ ਅੱਗੋਂ ਸ਼ੇਰ ਹੋ ਜਾਂਦਾ ਕਿ ਅਸੀਂ ਤੁਹਾਨੂੰ ਟੱਕਰਾਂਗੇ ਫਲਾਣੀ ਤਰੀਕ ਨੂੰ, ਇਹ ਵੋ। ਇਹ ਵਾਕਈ ਤੁਹਾਨੂੰ ਲੱਗਦਾ ਕਿ ਅਸਲ ਦੇ ਵਿੱਚ ਲੰਬੜਦਾਰ ਨੇ ਪੰਜਾਬੀ ਵਿਰਸੇ ਤੇ ਵਿਰਾਸਤ ਤੋਂ ਇੱਕ ਧਿਰ, ਤੇ ਜਦੋਂ ਉਸ ਧਿਰ ਨੂੰ ਫੋਨ ਲਾ ਕੇ ਗੱਲਾਂ ਕੀਤੀਆਂ ਜਾਂਦੀਆਂ, ਸੱਭਿਆਚਾਰ ਪਿੱਛੇ, ਵਿਰਾਸਤ ਪਿੱਛੇ ਮਾਵਾਂ ਭੈਣਾਂ ਦੀਆਂ ਗਾਲਾਂ ਸਭ ਤੋਂ ਅੱਗੇ ਆ ਜਾਂਦੀਆਂ ਨੇ, ਇਹ ਫਿਰ ਕੀ ਚੀਜ਼ ਹੈ? ਅਸਲ 'ਚ ਇਹ ਨਾ ਜੋ ਕੁਝ ਵੀ ਹੋ ਰਿਹਾ ਹੈ ਕੋਈ ਇੱਕ ਦਿਨ 'ਚ ਨਹੀਂ ਵਾਪਰ ਗਿਆ। ਅਸੀਂ ਸਾਰਿਆਂ ਨੇ ਸਮਾਜ ਦੇ ਜਿੰਨੇ ਵਰਗ ਹੈ ਨਾ, ਚਾਹੇ ਉਹ ਪੋਲੀਟੀਕਲ ਹੈ, ਚਾਹੇ ਅਸੀਂ ਸੋਸ਼ਲ ਹੈ, ਚਾਹੇ ਕਲਚਰਲ ਹੈ, ਅਸੀਂ ਸਾਰਿਆਂ ਨੇ ਇਹਨਾਂ ਨੂੰ ਖੁੱਲੇ ਛੱਡਿਆ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ, ਜੇ ਪਿੰਡ ਦੇ ਵਿੱਚ ਜੇ ਕੋਈ ਗਾਇਕ ਆਂਦਾ ਸੀ ਜਾਂ ਕੋਈ ਪ੍ਰਚਾਰਕ ਆਂਦਾ ਸੀ, ਤਾਂ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਕਿ ਯਾਰ ਇਹ ਬੜੇ ਸੂਖਮ ਬੁੱਧੀ ਦੇ ਮਾਲਕ ਹੁੰਦੇ ਨੇ, ਬੜੇ ਨਫਾਸਤ ਵਾਲੇ ਹੁੰਦੇ ਨੇ, ਕਿਸੇ ਨਾ ਪੜ੍ਹੇ ਲਿਖੇ ਮੁੰਡਿਆਂ ਦੀ ਡਿਊਟੀ ਲਾਓ ਜਿਹੜਾ ਇਹਨਾਂ ਨੂੰ ਰੋਟੀ ਪਾਣੀ ਖਵਾਵੇ, ਇਹਨਾਂ ਨਾਲ ਗੱਲ ਕਰੇ ਤਾਂ ਕਿ ਕੋਈ ਪੁੱਠੀ ਸਿੱਧੀ ਗੱਲ ਨਾ ਹੋ ਜਾਏ। ਬਹੁਤ ਬਰੀਕ ਬੁੱਧੀ ਦੇ ਮਾਲਕ ਹੁੰਦੇ ਨੇ ਔਰ ਲੱਭਦੇ ਹੁੰਦੇ ਸੀ ਕਿ ਮੁੰਡਾ ਬਈ ਇਹ ਰੋਟੀ ਖਵਾਏਗਾ, ਇੱਥੇ ਦਰੀ ਵਿਛਾ ਕੇ ਇਹਨਾਂ ਨੂੰ ਬਿਠਾਇਆ ਜਾਏਗਾ, ਇੰਨੀ ਜ਼ਿਆਦਾ ਇੱਜ਼ਤ ਹੁੰਦੀ ਸੀ। ਹੌਲੀ ਹੌਲੀ ਕੀ ਹੋਣਾ ਸ਼ੁਰੂ ਹੋ ਗਿਆ ਕਿ ਸੱਭਿਆਚਾਰ ਦੇ ਸੇਵਾ ਦੇ ਨਾਂ ਦੇ ਉੱਤੇ ਭਾਵੇਂ ਉਹ ਪ੍ਰਚਾਰਕ ਨੇ ਚਾਹੇ ਉਹ ਗਾਇਕ ਨੇ, ਉਹ ਸਿਰਫ ਪੈਸਾ ਕਮਾ ਰਹੇ ਨੇ। ਪੈਸਾ ਕਮਾਉਣ ਲਈ ਕਿਉਂਕਿ ਮੰਡੀ ਡਿਕਟੇਟ ਕਰਦੀ ਹੈ, ਮੰਡੀ ਇਹ ਡਿਕਟੇਟ ਕਰਦੀ ਕਿ ਭਾਈ ਤੇਰੇ ਲਾਈਕਸ ਕਿੱਦਾਂ ਵਧਣੇ, ਕਿੱਦਾਂ ਤੈਨੂੰ ਲੋਕਾਂ ਨੇ ਜ਼ਿਆਦਾ ਤੋਂ ਜ਼ਿਆਦਾ ਪਸੰਦ ਕਰਨਾ, ਤੂੰ ਗਾਲਾਂ ਕੱਢ। ਅੱਜ ਬੰਦਾ ਉਹ ਗਾਲਾਂ ਕੱਢ ਰਿਹਾ, ਗਾਲਾਂ ਕੱਢ ਕੇ 에ਅਰਪੋਰਟ ਤੇ ਖੜਾ ਹੋ ਜਾਂਦਾ, ਲੇਕਿਨ ਜਦੋਂ ਤੁਸੀਂ YouTube ਖੋਲ ਕੇ ਦੇਖਦੇ ਹੋ ਤੁਸੀਂ ਦੇਖੋ ਲੱਖਾਂ ਕਰੋੜਾਂ ਦੇ ਵਿੱਚ ਲਾਈਕਸ ਹੋ ਰਹੇ ਨੇ। ਮਤਲਬ ਲਾਈਕ ਦਾ ਪੰਜਾਬੀ ਚ ਮਤਲਬ ਹੈ ਸਿੱਧਾ ਕਿ ਅਸੀਂ ਪਸੰਦ ਕਰਦੇ ਹਾਂ ਇਸ ਚੀਜ਼ ਨੂੰ, ਤੇ ਇਹਦਾ ਮਤਲਬ ਅਸੀਂ ਗਾਲਾਂ ਪਸੰਦ ਕਰ ਰਹੇ ਹਾਂ। ਵੈਸੇ ਐਲੀ ਮੰਗਟ ਨੂੰ ਕੋਈ ਜਾਣਨ ਸਾਡੇ ਅੱਜ ਸਾਰੇ ਜਾਣਦੇ ਨੇ, ਅੱਜ ਸਾਰੇ ਜਾਣ ਗਏ ਨੇ। ਐਲੀ ਮੰਗਟ ਨੂੰ ਵੀ ਇਸ ਚੀਜ਼ ਨੂੰ ਪਤਾ, ਐਲੀ ਮੰਗਟ ਨੂੰ ਗਾਈਡ ਕਰਨ ਵਾਲੀ ਜਿਹੜੀ ਕੰਪਨੀ ਉਹਨਾਂ ਨੂੰ ਵੀ ਪਤਾ ਕਿ ਐਲੀ ਤੇਰੇ ਗਾਣੇ ਚੱਲਣ ਨਾ ਚੱਲਣ ਪਰ ਇਦਾਂ ਤੂੰ ਜ਼ਰੂਰ ਚੱਲ ਜਾਏਗਾ। ਸੋ ਇਹ ਇੱਕ ਅਜੀਬ ਪ੍ਰਦੂਸ਼ਣ ਫੈਲਿਆ ਸਾਰੇ ਪਾਸੇ। ਇਹ ਫੈਲਾਇਆ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਹੈ। ਸਭ ਉੱਪਰੋਂ ਥੱਲੇ ਨੂੰ ਆਂਦੀ ਗੱਲ। ਸਾਡੇ ਪੋਲੀਟੀਕਲ ਲੋਕ ਜਦੋਂ ਉਹਨਾਂ ਨੇ ਵੋਟਾਂ ਮੰਗਣ ਜਾਣਾ ਹੁੰਦਾ, ਉਹ ਇਹੋ ਜਿਹੇ ਗਾਇਕਾਂ ਨੂੰ ਕਿਉਂ ਤਰਜੀਹ ਦਿੰਦੇ ਨੇ? ਕਿਉਂਕਿ ਉਹਨਾਂ ਨੂੰ ਲੋੜ ਨਹੀਂ ਹੁੰਦੀ, ਉਹਨਾਂ ਨੂੰ ਕਿਤੇ ਕੋਈ ਸਵਾਲ ਨਹੀਂ ਹੁੰਦਾ ਵੀ ਇਹ ਕੌਣ ਹੈ, ਇਹ ਕਿੱਦਾਂ ਗਾਉਂਦਾ, ਕਿੱਦਾਂ ਦਾ ਨਹੀਂ। ਉਹਨਾਂ ਨੂੰ ਭੀੜ ਚਾਹੀਦੀ ਹੁੰਦੀ ਹੈ। ਉੱਥੇ ਐਲੀ ਸ਼ੈਲੀ ਕੋਈ ਵੀ ਖੜਾ ਹੋਵੇ, ਉਹਨਾਂ ਨੂੰ ਭੀੜ ਚਾਹੀਦੀ, ਭੀੜ 'ਚ ਜਾ ਕੇ ਉਹਨਾਂ ਨੇ ਕਰ ਦੇਣਾ। ਨਹੀਂ ਤਾਂ ਕੀ ਸਾਨੂੰ ਨਜ਼ਰ ਨਹੀਂ ਸੀ ਆਉਂਦਾ ਕਿ ਸਾਡੇ ਗਾਇਕ ਕਬਜ਼ੇ ਕਿਉਂ ਲੈਣ ਲੱਗ ਪਏ? ਸਾਡੇ ਗਾਇਕਾਂ ਨੇ ਬੰਦੂਕਾਂ ਕਦੋਂ ਚੁੱਕ ਲੀਆਂ ਕਿ ਸਾਨੂੰ ਪਤਾ ਨਹੀਂ ਸੀ? ਸਾਡੇ ਗਾਇਕ ਕਿਉਂ ਗੋਲੀਆਂ ਭਰਾਉਣ ਲੱਗ ਪਏ? ਸਾਡੇ ਗਾਇਕ ਇਹ ਕਿਉਂ ਗੱਲ ਕਹਿਣ ਲੱਗ ਪਏ ਕਿ ਲੰਡੀ ਜੀਪ 'ਚ ਮੈਂ ਜਾਊਂਗਾ ਤੇ ਪਿੰਡ ਜਿਹੜੀ ਕੁੜੀ ਰਹਿੰਦੀ ਮੈਂ ਉਹਨੂੰ ਜ਼ਬਰਦਸਤੀ ਚੁੱਕ ਕੇ ਲਿਆਉਂਗਾ, ਚਾਚਾ ਤਾਇਆ ਮਾਮਾ ਮੈਨੂੰ ਰੋਕ ਕੇ ਦੱਸੇ ਕਿਹੜਾ? ਇਹ ਗੱਲਾਂ ਸਾਡੇ ਸਾਹਮਣੇ ਵਾਪਰੀਆਂ, ਅਸੀਂ ਦੇਖੀਆਂ, ਅਸੀਂ ਚੁੱਪ-ਚਾਪ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਗਏ। ਅੱਜ ਸਾਡੇ ਸਾਹਮਣੇ ਆ ਗਈਆਂ, ਅੱਜ ਸਾਡੀਆਂ ਮਾਵਾਂ ਭੈਣਾਂ ਨੂੰ ਗਾਲਾਂ ਨਿਕਲ ਰਹੀਆਂ। ਅੱਜ ਅਸੀਂ ਕਹਿੰਦੇ ਕਿ ਮਾਮਲਾ ਖਰਾਬ ਹੋ ਗਿਆ, ਹੁਣ ਦੱਸੋ ਕੌਣ ਕੀ ਕਰੇ? ਕਰਨ ਨੂੰ ਕਰ ਸਕਦੇ ਆ, ਉਦੋਂ ਵੀ ਕਰ ਸਕਦੇ ਸੀ ਜੀ। ਇਹ ਲੋਕੀ ਸਾਡੇ ਪ੍ਰਤੀ ਜਵਾਬਦੇਹ ਹੈਗੇ ਕਿ ਨਹੀਂ ਹੈਗੇ, ਪਹਿਲਾਂ ਇਹ ਸਵਾਲ ਕਰਨਾ ਚਾਹੀਦਾ। ਜੋ ਸਾਡੀ ਸੇਵਾ ਕਰ ਰਹੇ ਹੈ ਪ੍ਰਚਾਰਕ ਤੇ ਗਾਇਕ, ਉਹ ਕਹਿੰਦੇ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ, ਪਰ ਸਾਡੇ ਪ੍ਰਤੀ ਉਹਨਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਨਾ। ਇੱਕ ਖੇਤਾਂ 'ਚ ਫਸਲ ਪੈਦਾ ਕਰਨ ਵਾਲਾ ਕਿਸਾਨ ਵੀ ਆਪਾਂ ਕਹਿੰਦੇ ਤੂੰ ਜਵਾਬਦੇਹ ਹੈ, ਪੂਰੇ ਦੇਸ਼ 'ਚ ਤੂੰ ਅੰਨ ਦੇ ਭੰਡਾਰ ਭਰਨੇ ਭਾਈ, ਤੂੰ ਜਵਾਬਦੇਹ ਹੈ, ਰਿਸਪੌਂਸਿਬਲ ਹੈ, ਤੂੰ ਗਲਤ ਚੀਜ਼ ਨਹੀਂ ਪੈਦਾ ਕਰ ਸਕਦਾ। ਇੱਕ ਸਬਜ਼ੀ ਵੀ ਉਹ ਗਲਤ ਪੈਦਾ ਕਰ ਦਿੰਦਾ, ਆਪਾਂ ਉਹਨੂੰ ਗਾਲਾਂ ਕੱਢਣ ਲੱਗ ਪੈਂਦੇ ਹਾਂ। ਇਹ ਐਡਾ ਵੱਡਾ ਜਿਹਨਾਂ ਦਾ ਅਸਰ ਹੈ, ਕਿਉਂਕਿ ਕਲਚਰ ਨਾਲ ਕੋਈ ਜੁੜਿਆ ਹੋਇਆ ਬੰਦਾ, ਕੋਈ ਫਿਲਮ ਨਾਲ ਜੁੜਿਆ ਹੋਇਆ ਬੰਦਾ, ਕੋਈ ਪ੍ਰਚਾਰਕ, ਕੋਈ ਢਾਡੀ, ਉਹਦਾ ਅਸਰ ਇੱਕਦਮ ਲੋਕੀ ਕਬੂਲਦੇ ਨੇ, ਲੋਕੀ ਉਹਨੂੰ ਫੋਲੋ ਕਰਦੇ ਨੇ, ਉਹ ਆਦਰਸ਼ ਹੁੰਦਾ, ਲੋਕੀ ਉਹਦੇ ਗੱਲਾਂ ਸੁਣਦੇ ਨੇ, ਲੋਕੀ ਕਹਿੰਦੇ ਫਲਾਣੇ ਪ੍ਰਚਾਰਕ ਨੇ ਫਲਾਣੇ ਵੇਲੇ ਆਹ ਗੱਲ ਕਹੀ ਸੀ, ਹੈ ਨਾ, ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ। ਠੀਕ ਹੈ, ਜੇ ਬੰਦੇ ਗਲਤ ਨੇ ਫਿਰ ਸਾਨੂੰ ਸੋਚਣਾ ਪਏਗਾ। ਇੱਕ ਗੱਲ ਹੋਰ ਮੈਂ ਇਹ ਜਾਣਨਾ ਚਾਹਨਾ ਕਿ ਜਿਹੜੇ, ਚਲੋ ਤੁਸੀਂ ਸੱਭਿਆਚਾਰ ਬਾਰੇ ਜੋ ਕੁਝ ਮਰਜ਼ੀ ਕਰਦੇ ਹੋ, ਵਿਰਸੇ ਬਾਰੇ, ਵਿਰਾਸਤ ਬਾਰੇ ਜੋ ਮਰਜ਼ੀ ਚੰਗਾ ਤੁਸੀਂ ਕਰਦੇ ਹੋ, ਕੀ ਤੁਹਾਨੂੰ ਇਹ ਅਧਿਕਾਰ ਹੈਗਾ ਕਿ ਕੋਈ ਦੂਜਾ ਬੰਦਾ ਜੇ ਕੁਝ ਪੁੱਠਾ ਕਹਿ ਰਿਹਾ ਜਾਂ ਕਰ ਰਿਹਾ, ਬਾਈ ਨੇਮ ਲੈ ਕੇ ਸਟੇਜ ਤੇ ਤੁਸੀਂ ਉਹਨੂੰ ਭੰਡੋ, ਤੇ ਫਿਰ ਜਦੋਂ ਉਹ ਸਿੱਧਾ ਹੋ ਜਾਏ ਤੇ ਉਹਦਾ ਮੁਕਾਬਲਾ ਕਰਨ ਦੀ ਬਜਾਏ ਤੁਸੀਂ ਕੋਈ ਦੇਖੋ ਅਸੀਂ ਤਾਂ ਲੋਕਾਂ ਦੀ ਗੱਲ ਕੀਤੀ ਸੀ, ਅਸੀਂ ਤਾਂ ਸੱਭਿਆਚਾਰ ਦੀ ਗੱਲ ਕੀਤੀ ਸੀ, ਇਹ ਤਾਂ ਮੇਰੇ ਗੱਲ ਪੈ ਗਿਆ, ਇਹ ਕਿੱਥੋਂ ਤੱਕ ਜਾਇਜ਼ ਹੈ? ਦੇਖੋ ਹੱਕ ਤਾਂ ਫਿਰ ਇਦਾਂ ਹੈ ਨਾ ਕਿ ਹੱਕ ਤਾਂ ਸ਼ੁਰੂ 'ਚ ਸਾਡੇ ਕੋਲ ਹੈ ਨਹੀਂ ਸੀਗਾ। ਅਸੀਂ ਸਾਰੇ ਉਸੇ ਥੈਲੀ ਦੇ ਚੱਟੇ ਵੱਟੇ ਹੈ ਨਾ, ਕਿ ਜਦੋਂ ਅਸੀਂ ਖੁਦ ਵੀ ਉਸੇ ਸਿਸਟਮ ਦਾ ਹਿੱਸਾ ਆ, ਤੇ ਫਿਰ ਹੱਕ ਤਾਂ ਨਾ ਮੇਰੇ ਕੋਲ ਨਾ ਉਹਦੇ ਕੋਲ ਹੈ। ਹੱਕ ਤਾਂ ਅਸਲ 'ਚ ਲੋਕਾਂ ਕੋਲ ਹੈ ਜਿਨ੍ਹਾਂ ਦੇ ਸਿਰ ਤੇ ਪੈਸਾ ਕਮਾਇਆ ਜਾ ਰਿਹਾ। ਜੇ YouTube ਤੇ ਇੱਕ ਸਿੰਗਰ ਪੈਸਾ ਕਮਾ ਰਿਹਾ ਤਾਂ YouTube ਤੇ ਦੇਖਣ ਵਾਲੇ ਕੌਣ ਨੇ? ਚਾਹੇ ਉਹ ਯੰਗ ਮੁੰਡੇ ਕੁੜੀਆਂ ਨੇ, ਹੈ ਤਾਂ ਲੋਕ ਹੀ ਨੇ ਨਾ, ਪਬਲਿਕ ਹੀ ਹੈ ਨਾ। ਸੋ ਹੱਕ ਤਾਂ ਅਸਲ ਪਬਲਿਕ ਨੂੰ ਹੈ ਕਿ ਜੇ ਪਬਲਿਕ ਹੱਕ ਲਵੇ, ਪਬਲਿਕ ਨੂੰ ਹੱਕ ਲੈਣਾ ਪਏਗਾ। ਮੈਂ ਤੁਹਾਡੇ ਨਾਲ ਇੱਕ ਨਾ ਘਟਨਾ ਸਾਂਝੀ ਕਰਨਾ ਚਾਹਨਾ। ਕਪੂਰਥਲੇ ਦੇ ਕਾਲਜ ਦੇ ਵਿੱਚ ਇੱਕ ਸਿੰਗਰ ਗਾਣਾ ਗਾ ਰਿਹਾ ਸੀ, ਕਾਲਜ ਸੀ ਕੁੜੀਆਂ ਦਾ, ਉਹ ਗਾਣਾ ਗਾ ਰਿਹਾ ਸੀ ਕਿ ਅੱਜ ਕੱਲ ਕੁੜੀਆਂ ਦੀ ਅੱਖ ਮੁੰਡਿਆਂ ਤੇ ਰਹਿੰਦੀ। ਕਾਲਜ ਦੀ ਪ੍ਰਿੰਸੀਪਲ ਉੱਠੀ, ਸਟੇਜ ਤੇ ਗਈ, ਉਹਨੇ ਗਾਇਕ ਕੋਲ ਮਾਈਕ ਖੋਇਆ, ਉਹ ਕਹਿੰਦੀ ਮੇਰੀ ਗੱਲ ਸੁਣ ਲੈ, ਇਹ ਜਿਹੜੇ ਮੇਰੇ ਕਾਲਜ ਕੁੜੀਆਂ ਪੜ੍ਹਦੀਆਂ ਨਾ, ਇਹ ਠੀਕ ਹੈ ਮੁੰਡਿਆਂ ਨੂੰ ਵੀ ਪਸੰਦ ਕਰਦੀਆਂ ਹੋਣਗੀਆਂ, ਪਰ ਇਹ ਸਿਰਫ ਮੁੰਡਿਆਂ ਤੇ ਅੱਖ ਰੱਖਣ ਲਈ ਨਹੀਂ ਇੱਥੇ ਆਈਆਂ ਹੋਈਆਂ, ਇਹ ਪੜ੍ਹਨ ਆਈਆਂ ਹੋਈਆਂ, ਆਪਣੇ ਕਰੀਅਰ ਬਣਾਉਣ ਆਈਆਂ ਹੋਈਆਂ, ਆਪਣੇ ਪੇਰੈਂਟਸ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਆਈਆਂ ਹੋਈਆਂ। ਖਬਰਦਾਰ ਜੇ ਗਾਣਾ ਗਾਇਆ ਉਹਨੇ ਥੱਲੇ ਕੱਢਤਾ। ਇਹ ਹੈ ਹੱਕ। ਇਹ ਜਦ ਤੱਕ ਅਸੀਂ ਇਹ ਹੱਕ ਨਹੀਂ ਨਾ ਲੈਂਦੇ, ਉਦੋਂ ਤੱਕ ਇਹ ਹੁੰਦਾ ਰਹੇਗਾ, ਇਹ ਗੰਦ ਹੁੰਦਾ ਰਹੇਗਾ, ਇਹ ਹਲੇ ਹੋਰ ਵਧੇਗਾ, ਗਾਲਾਂ ਵੀ ਆਣਗੀਆਂ, ਗੋਲੀਆਂ ਵੀ ਚੱਲਣਗੀਆਂ।
ਅਸੀਂ ਦੇਖਿਆ ਹੀ ਹੈ, ਗੋਲੀਆਂ ਵੀ ਚਲਦੀਆਂ ਦੇਖੀਆਂ ਨਾ, ਬਿਲਕੁਲ ਠੀਕ। ਸਾਡੇ ਗਾਇਕ ਅਸੀਂ ਜ਼ਖਮੀ ਹੁੰਦੇ ਵੀ ਦੇਖੇ ਨਾ, ਇੰਨਾ ਕੁਝ ਹੁੰਦਾ ਦੇਖਿਆ। ਜੀ 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 ਜੀ। ਇਹ ਹਾਲੇ ਤਾਂ ਵਧੇਗਾ ਕਿਉਂਕਿ ਜਿਹੜੇ ਆਕਾ ਬੈਠੇ ਉੱਤੇ ਮਾਈ ਬਾਪ ਸਾਡੇ, ਉਹਨਾਂ ਨੂੰ ਫਰਕ ਹੀ ਨਹੀਂ ਪੈ ਰਿਹਾ। ਠੀਕ ਹੈ ਪ੍ਰੋਫੈਸਰ ਮਨਜੀਤ ਜੀ, ਜਿਵੇਂ ਗੱਲ ਸਾਹਿਬ ਸਿੰਘ ਜੀ ਨੇ ਕਹੀ ਹੈ ਕਿ ਅੱਜ YouTube ਤੇ ਜਾ ਕੇ ਦੇਖ ਲਓ ਲਾਈਕ ਕਿੰਨੇ ਵੱਧ ਗਏ ਨੇ, ਪਸੰਦ ਕਿੰਨੇ ਵੱਧ ਗਏ ਨੇ। ਅਸੀਂ ਤਾਂ ਇੱਥੇ ਤੱਕ ਆ ਚੁੱਕੇ ਹਾਂ ਕਿ ਅਸੀਂ ਲੜਾਈ ਵੀ ਬੜੇ ਇੰਟਰਸਟ ਨਾਲ ਦੇਖ ਰਹੇ ਹਾਂ ਤੇ ਪਸੰਦ ਵੀ ਕਰ ਰਹੇ ਹਾਂ। ਅਸੀਂ ਗਾਲਾਂ, ਉਹ ਐਲੀ ਮੰਗਟ ਖੜ ਕੇ दारू ਪੀ ਰਿਹਾ ਤੇ ਨਾਲ ਗਾਲਾਂ ਕੱਢ ਰਿਹਾ, ਅਸੀਂ ਉਹ ਵੀ ਪਸੰਦ ਕਰ ਰਹੇ ਹਾਂ, ਲਾਈਕ ਤੇ ਬਟਨ ਦਬਾਈ ਜਾਂਦੇ ਹਾਂ। ਇਹਦਾ ਮਤਲਬ ਸਾਨੂੰ ਵੀ ਤਾਂ ਇਹ ਮਸਾਲਾ ਚਾਹੀਦਾ, ਤਾਂ ਹੀ ਉਹ ਪੇਸ਼ ਕਰ ਰਹੇ ਨੇ ਇਦਾਂ ਦਾ ਮਸਾਲਾ। ਦੇਖੋ ਜਿਹੜੇ ਲਾਈਕ ਆ ਜਾਂ YouTube ਵਾਲੇ ਆ, ਉਹ ਕੌਣ ਲੋਕ ਹੈਗੇ ਆ? ਉਹ ਇੱਕ ਨਵੀਂ ਜਨਰੇਸ਼ਨ ਹੈਗੀ ਆ, ਜਿਹੜੇ ਮੇਰੀ ਜਨਰੇਸ਼ਨ ਦੇ ਜਾਂ ਮੇਰੇ ਤੋਂ ਥੋੜੇ ਛੋਟੇ ਵੀ ਆ, ਉਹਨਾਂ ਨੂੰ ਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪਤਾ ਵੀ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਕੀ ਨਹੀਂ। ਉਹ ਤੇ ਅਜੇ ਵੀ ਮੋਬਾਈਲ ਫੋਨ ਸੁਣਨਾ ਹੋਵੇ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਕਿ ਕਿਹੜਾ ਬਟਨ ਦੱਬੀਏ। SMS ਬਹੁਤੇ ਨਹੀਂ ਕਰ ਸਕਦੇ। ਇਸ ਕਰਕੇ ਇੱਕ ਜਿਹੜੀ ਨਵੀਂ ਜਨਰੇਸ਼ਨ ਉੱਠੀ ਹੈ, ਜਿਹੜੀ ਮਾਰਕੀਟ ਦੇ ਸਹਾਰੇ ਤਾਂ ਉੱਠੀ ਆ, ਔਰ ਉਹਨਾਂ ਦੇ ਮਾਂ-ਬਾਪ ਨੇ ਉਹਨਾਂ ਨੂੰ ਇਹੋ ਹੀ ਸਿਖਾਇਆ ਕਿ ਜੇ ਮਾਰਕੀਟ 'ਚ ਕਾਮਯਾਬ ਆ ਤੇ ਤੁਸੀਂ ਸਭ ਤੋਂ ਮਹਾਨ ਆ। ਉਹਦਾ ਅਸਰ ਇਹ ਸਾਰਾ ਦੇਖਣ ਨੂੰ ਮਿਲ ਰਿਹਾ ਹੈ। YouTube ਹੋਰ ਵਾਰਾ ਸਾਰਾ ਉਹ ਇੱਕ ਖਾਸ ਸੈਗਮੈਂਟ ਆ ਜਿਹਨੂੰ ਉਹ ਐਡਰੈਸ ਕਰਦੇ ਆ, ਔਰ ਜਿਹੜੀ ਇਹਦੇ ਨਾਲ ਹੁਕਨ ਹੁੰਦੀ ਹੈ। ਜਿੱਥੋਂ ਤੱਕ ਇਹ ਸਾਰਾ ਚੱਲ ਰਿਹਾ, ਮੈਂ ਤੁਹਾਡਾ ਧੰਨਵਾਦੀ ਵੀ ਹਾਂ, PTC ਦਾ ਵੀ ਤੇ ਤੁਹਾਡਾ ਵੀ, ਤੁਸੀਂ ਮੈਨੂੰ ਇੱਥੇ ਬਿਠਾਇਆ। ਮੈਂ ਤੇ ਕਦੀ ਦੇਖਿਆ ਨਹੀਂ ਸੀ। ਮੈਂ ਕਾਫੀ ਗਾਣੇ ਸਵੇਰ ਦੇ ਮੈਂ 2-3 ਘੰਟੇ ਲਾ ਕੇ ਦੋਵਾਂ ਧਿਰਾਂ ਦੇ ਦੇਖੇ, ਐਲੀ ਦੇ ਵੀ ਦੇਖੇ ਤੇ ਦੂਜੇ ਦੇ ਵੀ ਦੇਖੇ ਵੀ ਕਰ ਕੀ ਰਹੇ ਹੈ। ਮੈਨੂੰ ਐਂ ਲੱਗਾ ਜਿਹੜਾ ਕਿ ਪਹਿਲੀ ਗੱਲ ਤੇ ਮੇਰਾ ਓਵਰਆਲ ਇੰਪ੍ਰੈਸ਼ਨ ਇਹ ਹੈ ਕਿ ਇਹ ਗਾਉਣ ਵਾਲੇ ਗੈਂਗ ਆ, ਇਹ ਗਾਉਣ ਵਾਲੇ ਗਵਈਏ ਜਾਂ ਕਲਚਰਲ ਦੇ ਸਾਡੇ ਸੱਭਿਆਚਾਰ ਦੀਆਂ ਵਹੀਕਲ ਨਹੀਂ ਹੈਗੀਆਂ, ਉਹਦੀ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ। ਔਰ ਇਹ ਗੱਲ ਠੀਕ ਡਾਕਟਰ ਸਾਹਿਬ ਸਿੰਘ ਕਹਿ ਰਹੇ ਆ ਕਿ ਦੇਖੋ ਜੇ ਸਮਾਜ ਦੇ ਵਿੱਚ ਜਿਹੜੀ ਚੀਜ਼ ਦੀ ਅਸੀਂ ਲੋੜ ਬਣਾ ਦਿਆਂਗੇ, ਖਾਸ ਕਰ ਇੱਕ ਖਾਸ ਸੈਕਸ਼ਨ ਦੇ ਵਿੱਚ ਲੋੜ ਬਣਾ ਦਿਆਂਗੇ, ਤੇ ਵੇਚਣ ਵਾਲਾ ਤੇ ਜ਼ਹਿਰ ਵੀ ਵੇਚੂ ਤੇ ਨਸ਼ੇ ਵੀ ਵੇਚੂ। ਜੇ ਅਸੀਂ ਨਸ਼ਿਆਂ ਦੀ ਮੰਗ ਕਰੀ ਜਾਵਾਂਗੇ ਤੇ ਉਹ ਤੇ ਜ਼ਹਿਰ ਵੀ ਵਿਕੂਗੀ। ਇਹ ਵੀ ਉਸੇ ਤਰੀਕੇ ਨਾਲ ਇੱਕ ਨਵੀਂ ਕਿਸਮ ਦੀ ਜ਼ਹਿਰ ਜਿਹੜੀ ਕਹਿ ਲਓ ਤੁਸੀਂ, ਜਾਂ ਡਿਸਟੋਰਸ਼ਨ ਜਿਹੜੀ ਕਹਿ ਲਓ, ਜਿਹੜੀ ਇੱਕ ਵੈਕਿਊਮ ਆ, ਵਾਇਡ ਆ, ਉਹਦੇ ਵਿੱਚ ਇਹ ਜਾ ਕੇ ਵੜਦੇ ਆ ਔਰ ਉਹਦੇ ਲਈ ਇਹ ਆਪਣਾ ਪੈਸਾ ਵੀ ਬਣਾਉਂਦੇ। ਇਹਨਾਂ ਦਾ ਬਿਜ਼ਨਸ ਵੀ ਆ, ਗਾਲੀ ਗਲੋਚ ਦੇਣਾ ਪੋਲਿਟਿਕਸ ਵੀ ਆ, ਪਾਪੂਲੈਰਿਟੀ ਵੀ ਹੈ, ਔਰ ਇੱਕ ਕਿਸਮ ਦੀ ਮਸਲ ਫਲੈਕਸਿੰਗ ਵੀ, ਉਹ ਵੀ ਇੱਕ ਪਾਪੂਲੈਰਿਟੀ ਦਾ ਹਿੱਸਾ। ਔਰ ਗੈਂਗ ਵਾਂਗੂ ਬਿਹੇਵ ਕਰਦੇ ਆ। ਤੁਸੀਂ ਦੇਖ ਹੀ ਲਿਆ, ਅਸੀਂ ਖੜੇ ਆ, ਤੁਸੀਂ ਆ ਜਾਓ ਵੀ ਤੁਸੀਂ ਇਹਦੇ ਆਉਂ ਜੇ ਕਿਤੇ ਬੰਬੇ ਦੇ ਫਿਲਮ ਇੰਡਸਟਰੀ ਦੇ ਗੈਂਗ, ਉੱਥੇ ਗੈਂਗ ਵਾਰ ਹੁੰਦੀ ਆ, ਉਸ ਕਿਸਮ ਦੇ ਲੱਗੇ। ਇਸ ਕਿਸਮ ਦਾ ਜਿਹੜਾ ਮਾਹੌਲ ਪੈਦਾ ਕਰਨਾ, ਮੈਂ ਕਦੀ ਵਿਆਹਾਂ 'ਚ ਜਾਣਾ, ਇਹ ਵੀ ਗੱਲ ਉਸੇ ਨਾਲ ਜੁੜਦੀ ਹੈ। ਬਿਲਕੁਲ ਠੀਕ, ਬਿਲਕੁਲ। ਤੁਸੀਂ ਵਿਆਹਾਂ 'ਚ ਜਾ ਕੇ ਦੇਖੋ ਹੁੰਦਾ ਕੀ ਆ, ਇੱਕ ਪਾਸੇ ਦਾਰੂ ਆ, ਦੂਜੇ ਪਾਸੇ ਵਿਚਾਰੀਆਂ ਟੁੱਟੀਆਂ ਜੀਆਂ ਗਰੀਬ ਕੁੜੀਆਂ, ਉਹਨਾਂ ਨੂੰ ਨੱਚਣ ਲਾਇਆ ਹੋਇਆ। ਕਿਹੜੇ ਕਲਚਰ ਨੂੰ ਅਸੀਂ ਦੱਸਣਾ ਚਾਹੁੰਦੇ ਆ? ਉਹਨਾਂ ਨੂੰ ਕੋਈ ਸੁਣਦਾ ਨਹੀਂ, ਕੁਛ ਨਹੀਂ, ਆਹ ਤਾਹੀ ਪਈ ਹੋਈ ਆ। ਫਿਲਮ ਦੀਆਂ ਸ਼ੂਟਿੰਗ ਹੋਈ ਜਾਂਦੀ ਆ, ਹਰ ਕੋਈ ਹੀਰੋ ਹੀਰੋਇਨ ਬਣਿਆ, 2 ਦਿਨ ਪਹਿਲਾਂ ਹੀ ਵਿਆਹ ਸ਼ੁਰੂ ਹੋ ਜਾਂਦਾ। ਉਹ ਪਤਾ ਨਹੀਂ ਕੀ ਕੁਝ ਲੱਗੀ ਜਾਂਦਾ ਉੱਥੇ। ਵਿਆਹ ਦੀ ਇੱਕ ਆਪਣੀ ਸੈਂਕਟਿਟੀ ਸੀ, ਉਹਦੀ ਪਵਿੱਤਰਤਾ ਸੀ। ਇੱਕ ਨਵੇਂ ਸਾਰੀ ਉਮਰ ਲਈ ਤੁਸੀਂ ਕਿਸੇ ਚੀਜ਼ ਨੂੰ ਜੁੜਨਾ ਆ, ਔਰ 2 ਪਰਿਵਾਰਾਂ ਨੇ ਜੁੜਨਾ। ਹੋਰ ਜੋ ਮਰਜ਼ੀ ਉੱਥੇ ਹੋਵੇ, ਉੱਥੇ ਵਿਆਹ ਨਹੀਂ ਹੈਗਾ, ਉੱਥੇ ਤਮਾਸ਼ੇਬਾਜ਼ੀ। ਉਹੋ ਹੀ ਚੀਜ਼ ਦੀ ਐਕਸਟੈਂਸ਼ਨ ਇਹ ਲੋਕ ਪੂਰੇ ਕਰਦੇ। ਇਹਨਾਂ ਦੇ ਗਾਣੇ ਵੱਜਦੇ ਉੱਥੇ, ਬਿਲਕੁਲ ਠੀਕ। ਕਦੀ ਬੋਤਲਾਂ ਦੀ ਗੱਲ, ਕਦੀ ਨੱਚਣ ਦੀ ਗੱਲ, ਕਦੀ ਕੁੱਟਣ ਦੀ ਗੱਲ, ਕਦੀ ਆ ਗਾਣਿਆਂ ਦੇ ਨਾਂ ਸੁਣ ਲਿਓ ਜਿਹੜੇ ਰੱਖੇ ਹੋਏ ਆ ਇਹਨੇ ਆਪਣੇ ਮੰਗਟ ਨੇ। ਨਾਂ ਵੀ ਬੜੇ ਇਸ ਤਰ੍ਹਾਂ ਦੇ ਵੈਸਟਰਨ ਜੇ ਰੱਖੇ ਆ। ਉਹਦਾ ਨਾਂ ਤੇ ਹੈਗਾ ਵੈਸੇ ਹਰਕੀਰਤ ਸਿੰਘ, ਹਾਂ। ਤੇ ਉਹਨੇ ਨਾਂ ਰੱਖਿਆ ਐਲੀ, ਕਿਉਂਕਿ ਉੱਥੇ ਜਾਂਦਾ ਤੇ ਉਹ ਐਲੀ ਕੋਈ ਹੋਣਾ ਉੱਥੇ, ਜਾਂ ਉੱਥੋਂ ਕੋਈ ਰੱਖ ਲਿਆ। ਕੈਨੇਡਾ 'ਚ ਗਾਉਂਦੇ, ਹੋਰ ਗਾਉਂਦੇ। ਇੰਟਰਨੈਟ ਵਿੱਚ ਸ਼ਬਦ ਅੰਗਰੇਜ਼ੀ ਦੇ ਬੋਲਦੇ ਆ, ਵਿੱਚ ਬੋਤਲਾਂ, ਹਥਿਆਰ, ਜੇਲਾਂ, ਨੌਜਵਾਨ। ਪਿਆਰ ਦਾ ਤੇ ਨਾਂ ਹੀ ਹੈ, ਕੋਈ ਪਿਆਰ ਵਾਲੀ ਗੱਲ ਨਹੀਂ ਹੈ। ਔਰ ਸਭ ਤੋਂ ਦੁੱਖ ਵਾਲੀ ਗੱਲ ਇਹ ਹੈ, ਕੁੜੀਆਂ ਨੂੰ ਔਰ ਔਰਤ ਨੂੰ ਇੰਨੀ ਮਾੜੀ ਚੀਜ਼ ਦੀ, ਜਿਵੇਂ ਉਹ ਤੁਹਾਡੀ ਕੋਈ ਬਿਲਕੁਲ ਸਲੇਵ ਹੋਵੇ, ਹੈ ਨਾ, ਉਸ ਨੂੰ ਇੰਝ ਦੱਸਿਆ ਜਾਂਦਾ, ਮੈਂ ਗੋਲੀ ਮਾਰ ਦੂੰਗਾ, ਰੇਂਜ ਤੋਂ ਬਾਹਰ ਹੋ ਜਾ। ਕਿਹੜੀਆਂ ਗੱਲਾਂ ਕਰ ਰਹੇ ਆ ਤੁਸੀਂ? ਇਸ ਕਰਕੇ ਤੇਰਾ ਯਾਰ ਆ ਗਿਆ, ਜਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਾਰੀਆਂ ਮੈਂ ਸੁਣ ਕੇ ਹੈਰਾਨ ਆ, ਅਸੀਂ ਬਰਦਾਸ਼ਤ ਕਿਵੇਂ ਕਰਦੇ ਹਾਂ? ਔਰ ਜਦ ਤੱਕ ਅਸੀਂ ਖੁਦ ਸਮਾਜ ਉੱਠ ਕੇ ਇਹਨਾਂ ਨੂੰ ਲਗਾਮ ਦੇਣ ਲਈ ਨਹੀਂ ਆਉਣਗੇ, ਸਾਰੀ ਗੱਲ ਭਾਵੇਂ ਉਹ ਪੋਲਿਟਿਕਸ ਹੋਵੇ, ਕਿੱਦਾਂ ਹੋਵੇ। ਬਹੁਤ ਸਾਰੇ ਲੀਡਰ ਵੀ ਸਾਡੇ ਇਹੋ ਜਿਹੇ, ਕਿਉਂਕਿ ਉਹ ਬੋਲਦੇ ਬਹੁਤ ਸੋਹਣਾ, ਇਸ ਕਰਕੇ ਬਹੁਤ ਵੱਡੇ ਲੀਡਰ ਆ। ਪੱਲੇ ਅੱਲੇ ਕੱਖ ਨਹੀਂ, ਇਹਨਾਂ ਦੇ ਪੱਲੇ ਅੱਲੇ ਕੱਖ ਨਹੀਂ ਹੈਗਾ, ਕਿਉਂਕਿ ਇਹ ਗਾਉਣਾ ਥੋੜਾ ਜਿਹਾ ਇਹਨਾਂ ਦਾ, ਰੱਬ ਨੇ ਇਹਨਾਂ ਨੂੰ ਜਿਹੜੀ ਗਿਫਟ ਦਿੱਤਾ ਉਹਦਾ ਮਿਸਯੂਜ਼ ਕਰ ਰਹੇ ਆਪਣੇ ਕਮਰਸ਼ੀਅਲ ਪੈਂਟ ਲਈ। ਤਰਲੋਚਨ ਜੀ, ਅਸੀਂ ਇਹ ਹਾਲਾਤ ਤਾਂ ਦੇਖੇ ਹੀ, ਇਹਦੇ ਨਾਲ ਇੱਕ ਹੋਰ ਚੀਜ਼ ਨੂੰ ਅਸੀਂ ਸ਼ਾਇਦ ਸਾਈਡਲਾਈਨ ਕਰ ਰਹੇ ਹਾਂ ਕਿ ਜਿਹੜੇ ਇਹਨਾਂ ਦੇ ਪਿੱਛੇ ਤੁਰਨ ਵਾਲੇ ਬੰਦੇ ਨੇ, ਅਸੀਂ ਕਹੇਗੇ ਕਿ ਇਹ ਸਿੰਗਰ ਨਹੀਂ ਹੈ, ਬੜੇ ਵਧੀਆ ਨਹੀਂ ਗਾਉਂਦੇ, ਫਿਰ ਇਹਨਾਂ ਦੀ ਫੈਨ ਫੋਲੋਇੰਗ ਕਿੱਥੋਂ ਪੈਦਾ ਹੋ ਜਾਂਦੀ ਹੈ? ਫਿਰ ਜਦੋਂ ਇਹ ਗੱਡੀਆਂ ਲੈ ਕੇ ਆਉਂਦੇ ਨੇ, ਮੋਟਰਸਾਈਕਲਾਂ ਦੀ ਮੰਡੀਰ ਕਿੱਥੋਂ ਆ ਜਾਂਦੀ ਹੈ? ਲੋਕੀ ਇਹਨਾਂ ਦੇ ਹੱਕ ਦੇ ਵਿੱਚ ਕਿੱਥੋਂ ਖੜ ਜਾਂਦੇ ਨੇ? ਜੇ ਇਹਨਾਂ ਨੂੰ ਗਾਣਾ ਹੀ ਨਹੀਂ ਆਉਂਦਾ, ਜੇ ਚੰਗੇ ਗਵਈਏ ਨਹੀਂ ਹੈਗੇ, ਫਿਰ ਫੈਨ ਫੋਲੋਇੰਗ ਕਿਵੇਂ ਜਨਰੇਟ ਹੁੰਦੀ ਹੈ? ਹਰਪ੍ਰੀਤ ਜੀ, ਐਕਚੁਅਲੀ ਇਹ 2-4 ਸਿੰਗਰ ਜਿਹੜੇ ਨੇ,
ਇਹ ਪ੍ਰਫੁੱਲਤ ਕਿਵੇਂ ਹੋਏ, ਪਹਿਲਾਂ ਤੇ ਇਹ ਦੇਖਣ ਦੀ ਲੋੜ। ਤੁਹਾਡਾ ਉਹੀ ਸਵਾਲ ਹੈ ਵੀ ਫਿਰ ਲੋਕ ਕਿਉਂ ਇਹਨਾਂ ਦੇ ਮਗਰ ਲੱਗ ਜਾਂਦੇ ਆ। ਜਦੋਂ ਕਿਸੇ ਸਟੇਟ 'ਚ ਸੱਭਿਆਚਾਰ ਦੇ ਵਾਰਸ ਹੀ ਨਹੀਂ ਹੋਣਗੇ, ਜਦੋਂ ਕਿਸੇ ਸਟੇਟ 'ਚ ਵਿਰਸੇ ਦੀ ਗੱਲ ਕਰਨ ਵਾਲੇ ਨਹੀਂ ਹੋਣਗੇ, ਜਦੋਂ ਸਟੇਟ 'ਚ ਇਦਾਂ ਦੇ ਰੋਲ ਮਾਡਲ ਹੀ ਨਹੀਂ ਹੋਣਗੇ ਵੀ ਫਲਾਣਾ ਮੰਤਰੀ, ਫਲਾਣਾ ਮੁੱਖ ਮੰਤਰੀ, ਫਲਾਣਾ MLA, ਫਲਾਣਾ ਕਿਸੇ ਪਾਰਟੀ ਦਾ ਪ੍ਰਧਾਨ ਜਾਂ ਸੈਕਟਰੀ ਕਮਾਲ ਦਾ ਹੈ, ਉਹ ਕਮਾਲ ਦੀ ਗੱਲ ਕਰਦਾ ਹੈ, ਜਦੋਂ ਉਹ ਪੱਖ ਜਿਹੜਾ ਖੱਪਾ ਹੋਊਗਾ ਤੇ ਫਿਰ ਇਹ ਪੁੱਠੇ ਸਿੱਧੇ ਵਾਲਾਂ ਵਾਲੇ ਜਾਂ ਇਦਾਂ ਬੋਲਣ ਵਾਲੇ ਜਿਹੜੇ ਜਿਨ੍ਹਾਂ ਨੂੰ ਬੋਲਣਾ ਆਉਂਦਾ ਆ, ਭਾਵੇਂ ਪੁੱਠਾ ਹੀ ਬੋਲਦੇ ਨੇ, ਜਿਨ੍ਹਾਂ ਕੋਲ ਪੈਸੇ ਆ, ਜਿਹੜੇ YouTube ਤੇ ਜਿਹੜੇ ਆ ਚੈਨਲਾਂ ਤੇ ਨੱਚ ਸਕਦੇ ਆ ਜੀ, ਆਪਣੀ ਪਨੀਰੀ ਉਹਨੂੰ ਦੇਖੋਗੇ। ਦੇਖੋ ਇੱਕ ਗੱਲ ਬੜੀ ਸਮਝਣ ਦੀ ਲੋੜ ਹੈ, ਭਾਵੇਂ ਗਾਇਕੀ ਹੈ ਭਾਵੇਂ ਕਲਾਕਾਰੀ ਹੈ, ਉਹਦੇ ਦੋ ਰੰਗ ਹੋਣੇ ਚਾਹੀਦੇ। ਜੇ ਇੱਕ ਹੋਊਗਾ ਤੇ ਮਰ ਜਾਊਗਾ, ਉਹ ਕਾਮਯਾਬ ਨਹੀਂ ਹੋਊਗਾ। ਮਨੋਰੰਜਨ ਵੀ ਜ਼ਰੂਰੀ ਹੈ ਤੇ ਸੇਧ ਦੇਣੀ ਵੀ ਜ਼ਰੂਰੀ ਹੈ। ਮੈਂ ਸਾਹਿਬ ਉਹਨਾਂ ਦੇ ਬੜੇ ਨਾਟਕ ਦੇਖੇ ਨੇ, ਹੋਰ ਕਲਾਕਾਰਾਂ ਦੇ ਬਹੁਤ ਚਿਰ ਮੈਂ ਕਲਚਰ ਕਵਰ ਕੀਤਾ ਹੈ। ਉਸ ਨਾਟਕ ਵਿੱਚ ਹਰਪ੍ਰੀਤ ਜੀ ਇੰਨੇ ਨੰਗੇ ਚਿੱਟੇ ਸ਼ਬਦ ਵਰਤੇ ਜਾਂਦੇ ਆ, ਇੰਨੇ ਨੰਗੇ ਚਿੱਟੇ ਸੀਨ ਹੁੰਦੇ ਆ, ਜੇ ਤੇ ਕੋਈ ਖੋਖਲੇ ਦਿਮਾਗ ਵਾਲਾ ਹੋਊਗਾ ਕਹੂਗਾ ਗੰਦ ਦਿਖਾਈ ਜਾਂਦੇ ਨੇ, ਪਰ ਉਹਦੇ ਵਿੱਚ ਇੰਨੀ ਕਮਾਲ ਦੀ ਸਮਾਜਿਕ ਚੋਟ ਹੁੰਦੀ ਹੈ, ਸੇਧ ਹੁੰਦੀ ਹੈ, ਤੁਹਾਡਾ ਧਿਆਨ ਇੱਧਰ ਉੱਧਰ ਜਾਂਦਾ ਹੀ ਨਹੀਂ, ਤੁਹਾਨੂੰ ਲੱਗਦਾ ਵੀ ਕਮਾਲ, ਉਹ ਲੱਗਦਾ ਵੀ ਇਹ ਅਸਲੀ ਸਮਾਜ ਦੀ ਗੱਲ ਕਰਦੇ ਆ ਜਿਹਦੇ ਤੋਂ ਅਸੀਂ ਅੱਖਾਂ ਮੀਟੀਆਂ ਨੇ। ਹੁਣ ਜਿਹੜੀ ਇਹਨਾਂ ਦੀ ਗੱਲ ਆਪਾਂ ਕਰੀਏ, ਦੇਖੋ ਜਦੋਂ ਅੱਜ ਤੋਂ 15-20 ਸਾਲ ਪਹਿਲੋਂ ਉਦੋਂ ਪੰਜਾਬ ਬੜਾ ਖੁਸ਼ਹਾਲ ਜਿਹਾ ਸੀ, ਇੱਕ ਹਰੀ ਕ੍ਰਾਂਤੀ ਆਈ ਸੀ, ਜਿਹੜੇ ਸਾਡੇ ਨੌਜਵਾਨ ਸੀ ਉਹਨਾਂ ਦੇ ਫੈਮਲੀਆਂ ਤਗੜੀਆਂ ਸੀ, ਚਾਰ ਪੈਸੇ ਹੈਗੇ ਸੀ, ਕੋਈ ਤਾਂ ਪੜ੍ਹਨ ਵਾਲੇ ਪਾਸੇ ਲੱਗ ਗਿਆ, ਕੋਈ ਕਿਸੇ ਲੱਗ ਗਿਆ। ਇੱਕ ਉਦੋਂ ਇੱਕ ਵਹਾਨ ਚੱਲਿਆ ਵੀ ਗਾਇਕ ਬਣ ਜਾਓ, ਗਾਇਕ ਬਣਨ ਦਾ ਇੱਕ ਸ਼ੌਂਕ ਬਣ ਗਿਆ, ਤੁਸੀਂ ਇੱਕ ਕਿੱਲਾ ਵੇਚੋ ਗਾਇਕ ਬਣੋ। ਔਰ ਉਹਦਾ ਕਾਰਨ ਗਾਇਕ ਬਣਨਾ ਨਹੀਂ ਸੀ, ਉਹਦਾ ਕਾਰਨ ਇਹ ਸੀ ਵੀ ਮੈਂ ਹੀਰੋ ਬਣਨਾ ਹੈ, ਫੇਮਸ ਹੋ ਜਾਵਾਂ, ਫੇਮਸ ਹੋ ਜਾਣਾ। ਨਵੀਂ ਟੈਕਨੋਲੋਜੀ ਆਈ ਸੀ, ਮੈਨੂੰ ਯਾਦ ਹੈ ਅੱਜ ਵੀ ਗੱਲ, ਸੰਗੀਤਕਾਰ ਨਰੂਲਾ ਜੀ, ਜਸਵਿੰਦਰ ਨਰੂਲਾ ਦੇ ਫਾਦਰ ਸਾਹਿਬ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਤੁਹਾਡੇ ਸੰਗੀਤ 'ਚ ਤੁਹਾਡੇ ਸਮੇਂ ਦੇ ਤੇ ਅੱਜ ਦੇ ਸੰਗੀਤ 'ਚ ਫਰਕ ਕੀ ਹੈ? ਕਹਿੰਦਾ ਫਰਕ ਇਹ ਹੈ ਹੁਣ ਸੰਗੀਤ ਨੂੰ ਝਟਕਾ ਕੇ ਸਿੰਗਰ ਜਿਹੜਾ ਤਰਾਸ਼ਿਆ ਜਾਂਦਾ। ਮੈਂ ਕਿਹਾ ਉਹ ਕਿਵੇਂ ਜੀ? ਕਹਿੰਦੇ ਪਹਿਲੋਂ ਕੀ ਸੀ, ਪਹਿਲੋਂ ਰਿਕਾਰਡਿੰਗ ਹੁੰਦੀ ਸੀ, ਗਾਣਾ ਪੂਰਾ ਕੰਪਲੀਟ ਹੋ ਜਾਂਦਾ ਸੀ, ਇੱਕ ਵਾਰੀ ਕਰਨਾ ਪੈਂਦਾ ਸੀ। ਹੁਣ ਦੇਖਦੇ ਵੀ ਇਹ ਬੇਸੁਰਾ ਸਿੰਗਰ ਹੈ, ਇਹਨੂੰ ਸੁਰ 'ਚ ਲਿਆਉਣ ਲਈ ਉਹ ਸੰਗੀਤ ਨੂੰ ਕੱਟ ਕੇ ਜਿਹੜਾ ਉਹਦਾ ਬੇਸੁਰਾਪਣ ਆ ਉਹ ਨਕਲੀ ਢੰਗ ਨਾਲ ਉੱਤੇ ਸੁਰ ਭਰੀ ਜਾਂਦੀ ਹੈ। ਜਦੋਂ ਪੈਸੇ ਨਾਲ ਸਿੰਗਰ ਬਣਨਗੇ, ਜਦੋਂ ਸਾਧਨਾ ਨਾਲ ਨਹੀਂ, ਜਦੋਂ ਉਹਨਾਂ ਦੇ ਕੋਲ ਆਰਟ ਹੀ ਨਹੀਂ ਹੋਊਗਾ, ਪ੍ਰਤਿਭਾ ਨਹੀਂ ਹੋਊਗੀ ਤੇ ਉਹ ਸਿੰਗਰ ਬਣ ਜਾਣਗੇ ਤੇ ਫਿਰ ਉਹ ਇਹੀ ਕੁਛ ਹੀ ਬੋਲਣਗੇ। ਸੋ ਇਹ ਸਿੰਗਰ ਨਹੀਂ ਗੇ, ਇਹ ਜਸਟ ਫੁਕਰੇ ਨੇ ਜਿਨ੍ਹਾਂ ਕੋਲ ਚਾਰ ਪੈਸੇ ਹੈ ਔਰ ਉਹ ਪੈਸੇ ਦੀ ਵਰਤੋਂ ਕਰਕੇ ਹੀਰੋ ਬਣਨਾ ਚਾਹੁੰਦੇ ਨੇ। ਸੋ ਇਸ ਕਰਕੇ ਹੁਣ ਮੈਨੂੰ ਉਹ ਗੱਲਾਂ ਫਿਰ ਯਾਦ ਆਉਂਦੀਆਂ, ਫਿਰ ਸਰਕਾਰ ਤੇ ਗੱਲ ਆਉਂਦੀ ਹੈ। ਸਵਰਨਾ ਰਾਮ ਜੀ ਸੱਭਿਆਚਾਰਕ ਮੰਤਰੀ, ਸੋਹਣ ਸਿੰਘ ਠੰਡਲ ਸੀ, ਹਰੀ ਸਿੰਘ ਆਪਣੇ ਹੈਗੇ ਸੀ ਬਾਗੜੀਆ ਸਾਹਿਬ, ਫਿਰ ਆ ਨਵਜੋਤ ਸਿੱਧੂ ਨਹੀਂ ਆਏ ਤੇ ਹੁਣ ਚਰਨਜੀਤ ਚੰਨੀ ਨੇ। ਇੱਕ ਵਾਰੀ ਸਵਰਨਾ ਰਾਮ ਜੀ ਨੇ ਇਹ ਗੱਲ ਕਹੀ ਸੀ ਵੀ ਇਹ ਜਿਹੜੇ ਸਿੰਗਰ ਹੈ ਉਹਨਾਂ ਤੇ ਧਾਰਾ 294 ਲਾਵਾਂਗੇ, ਕਿਉਂਕਿ ਇੱਕ ਵਾਰੀ ਇੱਕ ਬੱਸ 'ਚ ਇਦਾਂ ਦੀ ਗੱਲ ਆਈ ਸੀ, ਕੁੜੀਆਂ ਬੈਠੀਆਂ ਸੀ ਤੇ ਡਰਾਈਵਰ ਨੇ ਬਹੁਤ ਗੰਦਾ ਗੀਤ ਲਾਇਆ ਤੇ ਉਹਨਾਂ ਕੋਲ ਕੰਪਲੇਂਟ ਆ ਗਈ। ਪਰ ਮੈਨੂੰ ਯਾਦ ਆ ਵੀ ਉਦੋਂ ਫਿਰ ਕਲਾਕਾਰਾਂ ਨੇ ਝੰਡਾ ਚੱਕ ਲਿਆ ਸੀ ਵੀ ਇਹ ਤੇ ਸਾਡੀ ਆਜ਼ਾਦੀ ਤੇ ਹਮਲਾ ਆ। ਇਹ ਸਵਰਨਾ ਰਾਮ ਕੌਣ ਹੁੰਦਾ ਆ ਵੀ ਇਹ ਦੱਸੇ ਵੀ ਇਹ ਗੀਤ ਇਦਾਂ ਦਾ ਚਾਹੀਦਾ। ਸੋ ਇਦਾਂ ਦੀਆਂ ਵੀ ਮੁਸ਼ਕਲਾਂ ਨੇ, ਪਰ ਇੱਕ ਹੁਣ ਸੱਭਿਆਚਾਰਕ ਨੀਤੀ ਬਣ ਗਈ ਹੈ। ਨਵਜੋਤ ਸਿੱਧੂ ਹੁਣੀ ਉਹ ਬਣਾ ਗਏ ਨੇ, ਪਰ ਉਹ ਪਤਾ ਨਹੀਂ ਕਿੱਥੇ ਪਈ ਹੈ, ਜਿੰਨਾ ਹੋਇਆ ਨਾ ਕੁਛ ਉਹਦਾ। ਹਾਂ, ਇਸੇ ਤਰ੍ਹਾਂ ਇੱਕ ਸੱਭਿਆਚਾਰਕ ਕਮਿਸ਼ਨ ਬਣਾਉਣਾ ਸੀ ਵੀ ਜਿਹੜੇ ਇਹ ਸਿੰਗਰ ਨੇ, ਜਿਹੜੇ ਸਾਡੀ ਨਵੀਂ ਪੌਂਦ ਨੂੰ ਪੁੱਠੇ ਪਾਸੇ ਪਾ ਰਹੇ ਨੇ, ਉਹਨਾਂ ਵਿਰੁੱਧ ਚਲੋ ਅਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ, ਘੱਟੋ ਘੱਟ ਸਰਜੀਤ ਪਾਤਰ ਨੇ ਹੁਣ ਆਰਟਸ ਕਾਉਂਸਲ ਦੇ ਚੇਅਰਮੈਨ, ਉਹ ਬੁਲਾ ਕੇ ਇਹਨਾਂ ਨੂੰ ਸਮਝਾ ਦੇਣ। ਪਰ ਉਹ ਵੀ ਪਤਾ ਲੱਗਾ ਵੀ ਪੰਜਾਬ ਦਾ ਜਿਹੜਾ ਕਾਨੂੰਨੀ ਵਿਭਾਗ ਹੈ ਉਹਨਾਂ ਨੇ ਉਹਨੂੰ ਬੰਦ ਕਰਕੇ ਰੱਖਤਾ ਵੀ ਤੁਸੀਂ ਕੌਣ ਜੇ, ਸੱਭਿਆਚਾਰਕ ਕਮਿਸ਼ਨ ਨਹੀਂ ਬਣਾ ਸਕਦੇ। ਸੋ ਮੈਨੂੰ ਇਹ ਵੀ ਜਦੋਂ ਸਰਕਾਰ ਦਾ ਡਰ, ਪੰਜਾਬ ਕਲਾ ਪ੍ਰੀਸ਼ਦ ਦਾ ਡਰ, ਜਾਂ ਜਿਹੜੇ ਸੱਭਿਆਚਾਰਕ ਹਸਤੀਆਂ ਨੇ ਉਹਨਾਂ ਦੀਆਂ ਐਸੋਸੀਏਸ਼ਨਾਂ ਦਾ ਇਹਨਾਂ ਲੋਕਾਂ ਦੇ ਡਰ ਨਹੀਂ ਹੋਊਗਾ, ਇਹ ਆਪਣਾ ਕੰਮ ਕਰੀ ਜਾਣਗੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ।
ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਸੱਭਿਆਚਾਰ ਕਿਵੇਂ ਸਾਂਭਿਆ ਜਾਏਗਾ, ਕੀ ਗਾਇਕਾਂ ਦੇ ਸਹਾਰੇ ਸੱਭਿਆਚਾਰ ਛੱਡਿਆ ਜਾ ਸਕਦਾ ਹੈ, ਜਿਸ ਦੀ ਪ੍ਰਤੱਖ ਉਦਾਹਰਨ ਹੁਣੇ 2 ਦਿਨ ਪਹਿਲਾਂ ਅਸੀਂ ਦੇਖ ਚੁੱਕੇ ਹਾਂ। ਇਸੇ ਤੇ ਵਿਚਾਰ ਚਰਚਾ ਚੱਲ ਰਹੀ। ਇੰਦਰਪਾਲ ਜੀ, ਅਸੀਂ ਗੱਲ ਗਾਇਕਾਂ ਦੀ ਵੀ ਕਰ ਲਈ ਹੈ, ਸਿੰਗਰਸ ਦੀ ਕਰ ਲਈ ਹੈ, ਅਸੀਂ ਆਪਣੇ ਪ੍ਰਚਾਰਕਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪ੍ਰਚਾਰਕ ਬਣਾਉਣ ਦੇ ਲਈ ਮੈਂ ਕਵਰੇਜ ਕਰਦਾ ਰਿਹਾ, ਸਭ ਤੋਂ ਪਹਿਲਾਂ ਕਹਿੰਦੇ ਨੇ ਕਿ ਨਿਮਰਤਾ ਹੋਣੀ ਬੜੀ ਜ਼ਰੂਰੀ ਹੈ ਕਿਸੇ ਵੀ ਪ੍ਰਚਾਰਕ ਦੇ ਵਿੱਚ, ਕਿਉਂਕਿ ਕੋਈ ਵੀ ਬੰਦਾ ਅੱਗੋਂ ਖੜਾ ਹੋ ਕੇ ਤੁਹਾਨੂੰ ਪੁੱਠਾ ਸਿੱਧਾ ਕੋਈ ਵੀ ਸਵਾਲ ਕਰ ਸਕਦਾ ਹੈ। ਪਹਿਲਾ ਗੁਣ ਤੁਹਾਡੇ ਦੇ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ ਕਿ ਉਹਦਾ ਸਵਾਲ ਸੁਣ ਕੇ ਉਹਦਾ ਜਵਾਬ ਸਹੀ ਤਰੀਕੇ ਨਾਲ ਦਿੱਤਾ ਜਾਵੇ, ਜਿੰਨਾ ਮਰਜ਼ੀ ਅਗਰੈਸਿਵ ਹੋਵੇ। ਪਰ ਅੱਜ ਅਸੀਂ ਦੇਖਦੇ ਹਾਂ ਕਿ ਜਿੰਨੇ ਵੀ ਦਰਬਾਰ ਲੱਗਦੇ ਨੇ, ਜ਼ਿਆਦਾਤਰ ਜਿਹੜੇ ਪ੍ਰਚਾਰਕ ਨੇ ਉਹ ਅਗਰੈਸਿਵ ਪ੍ਰਚਾਰ ਕਰਦੇ ਨੇ, ਉਹ ਫਲਾਣੇ ਦੇ ਖਿਲਾਫ ਕਰਦੇ ਨੇ, ਉਹ ਢਿਮਕੇ ਦੇ ਖਿਲਾਫ ਕਰਦੇ ਨੇ। ਕੀ ਇਹ ਸਹੀ ਮਾਰਗ ਹੈ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦਾ, ਕਿ ਕਿਸੇ ਦੇ ਖਿਲਾਫ ਬੋਲ ਕੇ ਤੁਸੀਂ ਧਰਮ ਦਾ ਪ੍ਰਚਾਰ ਕਿਵੇਂ ਕਰ ਸਕਦੇ ਹੋ? ਹਰਪ੍ਰੀਤ ਜੀ, ਤੁਸੀਂ ਗੱਲ ਗਾਇਕਾਂ ਤੋਂ ਸ਼ੁਰੂ ਹੋ ਕੇ ਆਪਾਂ ਪ੍ਰਚਾਰਕਾਂ ਤੇ ਆਏ ਹਾਂ ਜੀ। ਜਿਹੜਾ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ, ਗੁਰੂ ਦਾ ਪ੍ਰਚਾਰ ਸੀ। ਪੁਰਾਣੇ ਤੁਸੀਂ ਜਦੋਂ ਬਹੁਤ ਪਹਿਲਾਂ ਚਲੇ ਜਾਓ, ਗਿਆਨੀ ਸੰਤ ਸਿੰਘ ਮਸਕੀਨ ਸੀ, ਜਾਂ ਉਸ ਤੋਂ ਪਿੱਛੇ ਚਲੇ ਜਾਓ, ਜਿਹੜੇ ਪ੍ਰਚਾਰਕ ਸੀਗੇ, ਭਾਈ ਸਮੁੰਦ ਸਿੰਘ ਰਾਗੀ ਅਸੀਂ ਸੁਣਦੇ ਹਾਂ, ਭਾਈ ਸੰਤਾ ਸਿੰਘ ਜੀ ਰਾਗੀ ਸੀਗੇ, ਗਿਆਨੀ ਸ਼ਰਮ ਸਿੰਘ ਜੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ, ਜਿਨ੍ਹਾਂ ਦੇ ਅਸੀਂ ਬਚਪਨ 'ਚ ਪ੍ਰਚਾਰ ਸੁਣਿਆ। ਉਹ ਗੱਲ ਗੁਰੂ ਦੀ ਕਰਦੇ ਸੀ। ਗੁਰੂ ਦੀ ਗੱਲ ਦੇ ਕਰਨ ਦੇ ਵਿੱਚ ਉਹਨਾਂ ਨੂੰ ਆਪਣਾ ਨਾਂ ਨਹੀਂ ਸੀ ਚਮਕਾਉਣ ਦੀ ਗੱਲ ਹੁੰਦੀ। ਹੁਣ ਅਸੀਂ ਕੀ ਕਹਿੰਦੇ ਜੀ, ਇਹ ਫਲਾਣੇ ਦਾ ਦੀਵਾਨ ਲੱਗ ਰਿਹਾ ਜੀ, ਇਹ ਢਿਮਕੇ ਦਾ ਦੀਵਾਨ ਲੱਗ ਰਿਹਾ। ਉੱਥੇ ਗੁਰੂ ਦਾ ਦੀਵਾਨ ਤਾਂ ਲੱਗ ਹੀ ਨਹੀਂ ਰਿਹਾ। ਜਦੋਂ ਗੁਰੂ ਦਾ ਦੀਵਾਨ ਨਹੀਂ ਲੱਗਣਾ ਤੇ ਜਿਹੜੀਆਂ ਅਲਾਮਤਾਂ ਗਾਇਕਾਂ ਵਿੱਚ ਆਈਆਂ, ਜਿਹੜੀ TRP ਗਾਇਕਾਂ ਨੇ ਲੈਣੀ ਹੈ, ਜਾਂ ਜਿਹੜੀ ਮਾਰਕੀਟਿੰਗ ਉਹਨਾਂ ਨੇ ਕਰਨੀ ਹੈ, ਉਹੀ ਮਾਰਕੀਟਿੰਗ ਸਾਡੇ ਪ੍ਰਚਾਰਕ ਲਾ ਕੇ ਕਰਨ। ਜਿੰਨਾ ਅੱਜ ਕੈਸਟਾਂ ਤਿਆਰ ਹੋ ਰਹੀਆਂ ਜਾਂ ਸੀਡੀਆਂ ਤਿਆਰ ਹੋ ਰਹੀਆਂ ਗੁਰਬਾਣੀ ਦੇ ਕੀਰਤਨ ਦੀਆਂ, ਸ਼ਬਦ ਕੀਰਤਨ ਦੀਆਂ, ਉਹ ਸਾਰੀਆਂ ਟੋਟਲ ਕਮਰਸ਼ੀਅਲਾਈਜ਼ ਹੋ ਗਈਆਂ। ਗੁਰਬਾਣੀ ਦਾ ਕੀਰਤਨ ਜਿਹੜਾ ਕਰਨਾ ਸੀ ਉਹ ਤਾਂ ਗੁਰੂ ਦਾ ਜਸ ਗਾਣਾ ਸੀ। ਬਿਲਕੁਲ। ਜਦੋਂ ਉਹਨਾਂ ਨੇ ਕਿਹਾ ਸੀਗਾ ਵੀ ਹੁਣ ਜਿਹੜਾ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਕਿਹਾ ਸੀਗਾ, ਢਾਡੀ ਸ਼ਬਦ ਵਰਤਿਆ ਸੀ ਕਿ ਹੁਣ ਢਾਡੀ ਕਾ ਨੀਚ ਜਾਤ, ਜਿਹੜੀ ਗੱਲ ਕਹੀ ਸੀ ਆਪਣਾ ਹੋਰ ਉੱਤਮ ਜਾਤ ਸਦਾਏ ਦਾ, ਉਹਨਾਂ ਨੇ ਆਪਣੇ ਆਪ ਨੂੰ ਨੀਚ ਕਿਹਾ ਸੀ। ਮਤਲਬ ਕਿ ਗੁਰੂ ਦਾ ਜਿਹੜਾ ਕਿਹਾ ਸੀਗਾ, ਆਪਣੇ ਆਪ ਨੂੰ ਕੂਕਰ ਕਿਹਾ ਸੀਗਾ। ਉਹ ਸਾਰੀਆਂ ਗੱਲਾਂ ਨੂੰ ਵਿਚਾਰ ਕੇ ਛੱਡ ਕੇ ਅਸੀਂ ਗੁਰੂ ਦੀ ਗੱਲ ਕਰਨੀ ਛੱਡਤੀ, ਆਪਣੇ ਆਪ ਨੂੰ ਕਿਵੇਂ ਚਮਕਾਉਣਾ। ਅੱਜ ਅਸੀਂ ਮਾਫ ਕਰਨਾ ਕਥਾ ਸੁਣਦੇ ਆ ਜਾਂ ਕੁਛ ਕਰਦੇ ਆ, ਉੱਥੇ ਗੁਰੂ ਦੀ ਗੱਲ ਘੱਟ ਹੁੰਦੀ ਹੈ, ਸੰਗਤ ਨੂੰ ਜ਼ਿਆਦਾ ਕੋਸਿਆ ਜਾਂਦਾ ਕਿ ਤੁਸੀਂ ਇਹ ਨਹੀਂ ਕਰਦੇ, ਸੰਗਤ 'ਚ ਔਗਣ ਆ ਗਏ ਜੀ, ਇਹਦੇ 'ਚ ਇਹ ਔਗਣ ਆ ਗਿਆ, ਇਹਦੇ 'ਚ ਉਹ ਔਗਣ ਆ ਗਿਆ। ਮੇਰੀ ਇੱਕ ਪ੍ਰਚਾਰਕ ਨਾਲ ਕਥਾ ਤੋਂ ਬਾਅਦ ਬਹਿਸ ਹੋਈ। ਮੈਂ ਕਿਹਾ ਜੀ, ਤੁਸੀਂ ਜਿਹੜਾ ਤੁਹਾਡੇ ਕੋਲ 500-700 ਬੰਦਾ ਸਾਹਮਣੇ ਬੈਠਾ ਸੀ, ਤੁਸੀਂ ਇਹਨੂੰ ਸਵਾਏ ਨਿੰਦਣ ਦੇ ਕੋਈ ਕੰਮ ਕੀਤਾ? ਇਹ ਤਾਂ ਗੁਰੂ ਘਰ ਆ ਹੀ ਗਿਆ। ਜਿਨ੍ਹਾਂ ਨੂੰ ਤੁਸੀਂ ਲਿਆਉਣਾ ਹੈ, ਜਿਨ੍ਹਾਂ ਨੂੰ ਤੁਸੀਂ ਸੁਣਾ ਰਹੇ ਹੋ, ਤਾਂ ਗੁਰੂ ਘਰ ਬੈਠੇ ਹੀ ਨਹੀਂ ਨਾ, ਉਹ ਆ ਰਹੇ ਆ। ਤੇ ਆਪਾਂ ਕਿੱਥੇ ਸਾਡੀ ਸੋਚ ਪਹੁੰਚ ਗਈ ਹੈ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਐਡੀ ਵੱਡੀ ਵਿਚਾਰਧਾਰਾ, ਐਡਾ ਵੱਡਾ ਫਲਸਫਾ, ਜਿਹੜਾ ਦੁਨੀਆ ਨੂੰ ਸੇਧ ਦੇਣ ਦੀ ਗੱਲ ਹੈ। ਜੇ ਕੋਈ ਵਿਸ਼ਵ ਸਰਕਾਰ ਬਣੇਗੀ ਤੇ ਉਹਦਾ ਸੰਵਿਧਾਨ ਜੇ ਕੋਈ ਬਣੇਗਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਬੇਸ ਤੇ ਬਣੇਗਾ। ਇਹ ਗੱਲਾਂ ਦੁਨੀਆ ਕਹਿ ਰਹੀਆਂ ਤੇ ਸਾਡੇ ਪ੍ਰਚਾਰਕਾਂ ਕੋਲ ਸਵਾਏ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਈ ਗੱਲ ਨਹੀਂ ਰਹੀ, ਗੁਰੂ ਦੀ ਗੱਲ ਕਰਨ ਦੀ ਗੱਲ ਨਹੀਂ ਰਹੀ। ਕਿਉਂ ਨੌਜਵਾਨ ਧਰਮ ਤੋਂ ਟੁੱਟ ਰਿਹਾ? ਕਿਉਂ ਨੌਜਵਾਨ? ਅਸੀਂ ਮਾਫ ਕਰਨਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬਹੁਤਾ ਜਿਹੜਾ ਮੀਡੀਆ ਦੇ ਵਿੱਚ ਨਹੀਂ ਆਇਆ ਜਾਂਦਾ, ਬਹੁਤ ਘੱਟ ਅਸੀਂ ਆਪਣੇ ਜਿਹੜਾ ਮੀਡੀਆ ਹਾਈਪਰ ਹੈ। ਕਿੰਨੇ ਜਿਹੜੇ ਸਾਡੇ ਕੈਂਪ ਲੱਗਦੇ ਆ ਕਾਲਜਾਂ ਵਿੱਚ, ਸਕੂਲਾਂ ਵਿੱਚ ਜਾ ਕੇ, ਕਾਲਜਾਂ ਦੇ ਵਿਦਿਆਰਥੀ ਨੌਜਵਾਨ ਜਦੋਂ ਆਉਂਦੇ ਆ, ਮੈਨੂੰ ਇੱਕ ਕੈਂਪ ਯਾਦ ਹੈ, 1000 ਵਿਦਿਆਰਥੀ ਦੇਹਰਾਦੂਨ ਗੁਰੂ ਰਾਮਦਾਸ ਅਕੈਡਮੀ 'ਚ ਇਕੱਠਾ ਹੋਇਆ ਸੀ, ਆਲ ਓਵਰ ਇੰਡੀਆ ਤੋਂ। 600 ਦੇ ਕਰੀਬ ਪੰਜਾਬ ਤੋਂ ਸੀ ਤੇ 400 ਤੋਂ ਪੰਜਾਬ ਤੋਂ ਬਾਹਰਲੇ ਕਾਲਜਾਂ ਦਾ ਸੀ। ਬਡੂੰਗਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਉਹ ਆਏ ਤੇ ਉਹਨਾਂ ਨੇ ਪਹਿਲਾਂ ਤਾਂ ਗਿਲਾ ਕੀਤਾ ਕਿ ਤੁਸੀਂ ਮੈਨੂੰ ਪ੍ਰਧਾਨ ਦੇ ਤੌਰ ਤੇ ਕਿਉਂ ਬੁਲਾਇਆ, ਮੈਨੂੰ ਇੱਕ ਲੈਕਚਰਾਰ ਦੇ ਤੌਰ ਤੇ ਇੱਕ ਵਿਸ਼ਾ ਦੇ ਕੇ ਕਿਉਂ ਨਹੀਂ ਬੁਲਾਇਆ। ਫਿਰ ਉਹਨੇ ਜਿਹੜੀ ਕਮਾਲ ਦੀ ਗੱਲ ਉੱਥੇ ਕਹੀ ਕਿ ਵੀ ਮੈਨੂੰ ਨਹੀਂ ਪਤਾ ਇੱਕ ਹਫ਼ਤਾ ਰਹਿ ਕੇ ਇਹਨਾਂ ਵਿਦਿਆਰਥੀਆਂ, ਕਾਲਜਾਂ ਦੇ ਵਿਦਿਆਰਥੀਆਂ ਨੇ ਕੀ ਸਿੱਖਿਆ ਜਾਂ ਕੀ ਸਿੱਖਣਾ, ਪਰ 1000 ਨੌਜਵਾਨ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਵੇਰੇ ਸ਼ਾਮ ਲਾਈਨਾਂ 'ਚ ਬਿਠਾ ਕੇ ਨਿਤਨੇਮ ਕਰਵਾ ਦੇਣਾ ਹੀ ਬਹੁਤ ਵੱਡੀ ਪ੍ਰਾਪਤੀ ਹੈ। ਮਤਲਬ ਤੁਸੀਂ ਨੌਜਵਾਨ, ਅਸੀਂ ਕਹੀ ਜਾਂਦੇ ਨੌਜਵਾਨ ਧਰਮ ਤੋਂ ਦੂਰ ਜਾ ਰਿਹਾ, ਮੈਂ ਕਹਿੰਦਾ ਧਰਮ ਤੋਂ ਦੂਰ ਜਾ ਨਹੀਂ ਰਿਹਾ। ਅਸੀਂ ਕਰ ਰਹੇ ਹਾਂ। ਰੀਸੈਂਟਲੀ ਅਸੀਂ ਸਕੂਲਾਂ ਦੇ ਵਿੱਚ ਇਮਤਿਹਾਨ ਲਿਆ ਗੁਰੂ ਨਾਨਕ ਸਾਹਿਬ ਦੀ ਪਾਤਸ਼ਾਹੀ ਨੂੰ ਰੱਖ ਕੇ, ਅਸੀਂ ਹਰ ਸਾਲ ਲੈਂਦੇ ਹਾਂ। ਇਸ ਵਾਰੀ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਸੀ। 3 ਲੱਖ ਤੇ 12,000 ਸਟੂਡੈਂਟ ਉਹ ਸਕੂਲਾਂ ਦਾ ਉਸ ਇਮਤਿਹਾਨ 'ਚ ਬੈਠਿਆ ਵਲੰਟਰੀਲੀ। ਹੁਣ ਕਾਲਜਾਂ ਦਾ ਸਾਡਾ 14 ਅਕਤੂਬਰ ਨੂੰ ਹੋ ਰਿਹਾ। ਨੌਜਵਾਨ ਗੱਲ ਸੁਣਨ ਨੂੰ ਤਿਆਰ ਹੈ, ਨੌਜਵਾਨ ਧਰਮ ਦੇ ਨਾਲ ਲੱਗਣ ਨੂੰ ਤਿਆਰ ਹੈ, ਨੌਜਵਾਨ ਤੁਰਨ ਨੂੰ ਤਿਆਰ ਹੈ। ਅਸੀਂ ਉਹਨੂੰ ਕਿਵੇਂ ਤੋਰਨਾ ਹੈ, ਠੀਕ ਹੈ। ਇਹ ਸਾਡੇ ਤੇ ਇੱਕ ਸਵਾਲ ਮੇਰਾ ਹੋਰ ਵੀ ਹੈਗਾ, 2 ਚੀਜ਼ਾਂ ਨੇ।
ਕਈ ਵਾਰ ਇਹ ਪ੍ਰਚਾਰਕਾਂ ਤੇ ਵੀ ਇਲਜ਼ਾਮ ਲੱਗਦਾ ਕਿ ਪ੍ਰਚਾਰਕ ਇੰਨੀਆਂ ਗੂੜੀਆਂ ਗੱਲਾਂ ਕਰਦੇ ਨੇ, ਗੁਰਬਾਣੀ ਦੀ ਇੰਨੀਆਂ ਗੱਲਾਂ ਕਰਦੀਆਂ ਨੇ ਜਿਹੜੀਆਂ ਉੱਪਰੋਂ ਹੀ ਲੰਘ ਜਾਂਦੀਆਂ ਨੇ, ਸਮਝ ਹੀ ਨਹੀਂ ਆਉਂਦੀਆਂ। ਤੇ ਦੂਜੇ ਪਾਸੇ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਪ੍ਰਚਾਰਕ ਕਹਾਣੀਆਂ ਹੀ ਸੁਣਾਉਂਦੇ ਰਹਿੰਦੇ ਨੇ, ਗੁਰਬਾਣੀ ਦੀ ਗੱਲ ਘੱਟ ਕਰਦੇ ਨੇ, ਕਹਾਣੀਆਂ ਸੁਣਾ ਕੇ ਲੋਕਾਂ ਦਾ ਐਂਟਰਟੇਨਮੈਂਟ ਕਰਕੇ ਉਹਨਾਂ ਨੂੰ ਅਜਿਹਾ ਲੱਗਦਾ ਕਿ ਆਹ ਬਾਬਾ ਜੀ ਵਧੀਆ ਸਰਲ ਕਹਾਣੀ ਸੁਣਾਈ ਹੈ, ਇਹ ਸਾਡੇ ਪੱਲੇ ਪੈ ਗਈ। ਫਿਰ ਇਹ ਦੋਵੇਂ ਚੀਜ਼ਾਂ ਵੀ ਕਿਵੇਂ ਨਾਲ-ਨਾਲ ਚੱਲ ਸਕਦੀਆਂ? ਦੇਖੋ ਜੀ, ਮੈਂ ਗਿਆਨੀ ਸੰਤ ਸਿੰਘ ਮਸਕੀਨ ਦੀ ਉਦਾਹਰਨ ਦਿੰਦਾ। ਜਿੰਨਾ ਗੂੜ ਗਿਆਨ, ਜਿੰਨੇ ਉਰਦੂ ਦੇ ਫਾਰਸੀ ਦੇ ਅਲਫਾਜ਼ ਉਹ ਵਰਤੇ ਸੀ, ਜਿੰਨੀਆਂ ਐਗਜ਼ਾਮਪਲਾਂ ਉਹ ਦਿੰਦੇ ਸੀ, ਇੱਕ ਅਨਪੜ੍ਹ ਤੋਂ ਅਨਪੜ੍ਹ, ਇੱਕ PhD ਕਰ ਰਹੇ ਸਟੂਡੈਂਟ, ਦੋਨਾਂ ਨੂੰ ਬਰਾਬਰ ਸਮਝ ਆਉਂਦੀਆਂ ਸੀ। ਪ੍ਰਚਾਰਕ ਦੇ ਕੋਲ ਜੇ ਕੁਝ ਪੱਲੇ ਹੈ ਨਾ, ਜੇ ਕੁਝ ਪੜ੍ਹਿਆ ਤੁਸੀਂ, ਜੇ ਤੁਹਾਡੇ ਕੋਲ ਨੌਲੇਜ ਹੈ, ਉਹ ਜੋ ਤੁਸੀਂ ਗਿਆਨ ਦੇਣਾ ਉਹਨੂੰ ਪਰੋਸਣਾ ਕਿਵੇਂ ਆ, ਉਹ ਕਲਾ ਹੋਣੀ ਚਾਹੀਦੀ ਹੈ। ਪ੍ਰਚਾਰਕ ਦੀ ਉਹ ਕਲਾ ਹੀ ਹੈ। ਗਿਆਨ ਤਾਂ ਸਾਡੇ ਕੋਲ ਪਿਆ ਗੁਰੂ ਗ੍ਰੰਥ ਸਾਹਿਬ ਦੇ, ਤੇ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਸੰਗਤ ਕਿਸ ਤਰ੍ਹਾਂ ਦੀ ਔਰ ਕਿਵੇਂ ਫਿਰ ਸਮਝਦੀ। ਜਿਹੜੀ ਸਾਹਮਣੇ ਸੰਗਤ ਬੈਠੀ ਹੈ, ਕਿਉਂਕਿ ਇਹ ਸੈਮੀਨਾਰ ਤਾਂ ਹੈ ਨਹੀਂ ਕਿ ਕੁਐਸਚਨ ਆਨਸਰ ਹੋਣਗੇ। ਤੁਸੀਂ ਵਨ ਵੇ ਟ੍ਰੈਫਿਕ ਚੱਲ ਰਿਹਾ, ਤੁਸੀਂ ਕਨਵੇ ਕਰ ਰਹੇ, ਸੰਗਤ ਸੁਣ ਰਹੀ ਹੈ। ਜਦੋਂ ਸੰਗਤ ਦੇ ਵਿੱਚ ਜਿਗਿਆਸਾ ਹੈ, ਫਿਰ ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਸੰਗਤ ਨੂੰ ਸੰਬੋਧਨ ਕਰ ਰਹੇ ਹੋ। ਤੁਸੀਂ ਕਾਲਜ 'ਚ ਸੈਮੀਨਾਰ ਤੇ ਜਾ ਰਹੇ ਹੋ, ਤੁਸੀਂ ਕਿਸੇ ਪਿੰਡ ਦੀ ਸੰਗਤ ਜਾ ਰਹੇ ਹੋ, ਤੁਸੀਂ ਕਿਸੇ ਸ਼ਹਿਰ ਦੀ ਕਿਹੜਾ ਤੁਹਾਡਾ ਹੈ, ਗੁਰੂ ਨਾਨਕ ਸਾਹਿਬ ਸਾਡੇ ਕੋਲ ਐਗਜ਼ਾਮਪਲ ਹੈ। ਉਹ ਜਿੱਥੇ ਵੀ ਗਏ ਉੱਥੋਂ ਦੀ ਬੋਲੀ 'ਚ ਗੱਲ ਕੀਤੀ, ਉੱਥੋਂ ਦੀ ਸ਼ੈਲੀ, ਉੱਥੋਂ ਦੀ ਡਾਇਲੈਕਟ 'ਚ ਗੱਲ ਕੀਤੀ, ਉੱਥੋਂ ਦੇ ਐਗਜ਼ਾਮਪਲਾਂ ਦਿੱਤੀਆਂ। ਜੀ। ਤੇ ਉਹ ਜਿਹੜੀ ਅੱਜ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਕਰੀਏ ਤੇ 68 ਤਰ੍ਹਾਂ ਦੀਆਂ ਭਾਸ਼ਾਵਾਂ ਗੁਰੂ ਗ੍ਰੰਥ ਸਾਹਿਬ 'ਚ ਵਰਤੀਆਂ ਗਈਆਂ, ਕਿਉਂਕਿ ਉਹਨਾਂ ਨੇ ਗੱਲ ਸਮਝਾਉਣ ਦੀ ਸੀ ਵੀ ਗੱਲ ਕਿਵੇਂ ਸਮਝਾਣੀ ਹੈ। ਇਹ ਪ੍ਰਚਾਰਕਾਂ ਦਾ ਜਿਹੜਾ ਢੰਗ ਹੈ, ਤੇ ਸਭ ਤੋਂ ਵੱਡੇ ਪ੍ਰਚਾਰਕ ਤਾਂ ਗੁਰੂ ਨਾਨਕ ਸਾਹਿਬ ਸੀਗੇ। ਬਿਲਕੁਲ ਠੀਕ। ਤੇ ਜੇ ਉਹਨੂੰ ਫਾਲੋ ਕਰਨ ਤੇ ਮੇਰੇ ਖਿਆਲ ਇਹ ਕਥਾ ਕਹਾਣੀਆਂ ਹੋਰ ਸੁਣਾਉਣ ਦੀ ਲੋੜ ਹੀ ਜ਼ਰੂਰਤ ਨਹੀਂ ਪਵੇਗੀ। ਠੀਕ ਹੈ ਡਾਕਟਰ ਸਾਹਿਬ ਸਿੰਘ ਜੀ, ਅਸੀਂ ਵਾਰ-ਵਾਰ ਇਹ ਇੱਕ ਐਲੀਗੇਸ਼ਨ ਜ਼ਰੂਰ ਲਗਾਉਂਦੇ ਹਾਂ ਕਿ ਪਹਿਲਾਂ ਬਹੁਤ ਵਧੀਆ ਸ਼ੈਲੀ ਹੁੰਦੀ ਸੀ, ਪਹਿਲਾਂ ਬੜਾ ਸੱਭਿਆਚਾਰ ਸੰਭਾਲਿਆ ਜਾਂਦਾ ਸੀਗਾ, ਪਰ ਹੁਣ ਦੇ ਗਾਇਕ ਜਾਂ ਹੁਣ ਦੀ ਸ਼ੈਲੀ ਬੜੀ ਵੱਖਰੀ ਹੈ ਜੀ, ਉਹ ਸਿਧਾਂਤਾਂ ਤੋਂ ਥਿੜਕੀ ਹੋਈ ਹੈ। ਪਰ ਅਸੀਂ ਇਹ ਕਿਉਂ ਨਹੀਂ ਸਮਝਦੇ ਕਿ ਪਹਿਲਾਂ ਤੇ ਹੁਣ ਦੀ ਡਿਮਾਂਡ ਦੇ ਵਿੱਚ ਵੀ ਫਰਕ ਹੈ। ਜੋ ਪਹਿਲਾਂ ਲੋਕ ਸੁਣਦੇ ਸੀ ਉਹ ਉਸ ਹਿਸਾਬ ਦੇ ਨਾਲ ਠੀਕ ਸੀ, ਜੋ ਮੈਂ ਅੱਜ ਸੁਣਨਾ ਚਾਹੁੰਦਾ ਮੈਨੂੰ ਉਹ ਸ਼ੈਲੀ ਠੀਕ ਨਹੀਂ ਲੱਗਦੀ। ਪਰ ਅਸੀਂ ਜਾਣ ਬੁੱਝ ਕੇ ਦਬਾਅ ਕਿਉਂ ਪਾਉਂਦੇ ਆ ਕਿ ਨੌਜਵਾਨ ਪੀੜ੍ਹੀ ਉਹੀਓ ਸੁਣੇ ਜੋ ਪਹਿਲਾਂ ਸੁਣਦੇ ਸੀ, ਅੱਜ ਵਾਲੇ ਠੀਕ ਨਹੀਂ ਹੈ। ਡਿਮਾਂਡ ਅਸਲ 'ਚ ਪੈਦਾ ਨਹੀਂ ਹੋਈ, ਡਿਮਾਂਡ ਨਾ ਕ੍ਰੀਏਟ ਕੀਤੀ ਜਾਂਦੀ ਹੈ। ਸਮਾਜ ਤਾਂ ਬਦਲਦਾ ਹੈ, ਸਮਾਜ ਤਾਂ ਨਿੱਤ ਬਦਲਦਾ ਹੈ। ਜੋ ਸਮਾਜ ਅੱਜ ਤੋਂ 30 ਸਾਲ ਪਹਿਲਾਂ ਸੀ ਉਹ ਹੁਣ ਨਹੀਂ ਹੈ। ਉਹ ਕੱਲਾ ਗਾਇਕੀ ਜਾਂ ਸੱਭਿਆਚਾਰ 'ਚ ਨਹੀਂ ਬਦਲਿਆ, ਹਰ ਚੀਜ਼ 'ਚ ਬਦਲ ਗਿਆ। ਫਸਲਾਂ ਬਦਲੀਆਂ, ਸਾਡੇ ਤਰੀਕੇ ਬਦਲ ਗਏ, ਸਾਡੇ ਰਹਿਣ ਸਹਿਣ ਬਦਲ ਗਿਆ, ਸਾਡਾ ਬਾਹਰ ਅੰਦਰ ਜਾਣਾ ਬਦਲਿਆ, ਸਾਰਾ ਕੁਝ ਬਦਲਿਆ। ਲੇਕਿਨ ਜਿਹੜੀ ਕਲਾ ਹੁੰਦੀ ਹੈ, ਕਲਾ ਦੀ ਇੱਕ ਕਸੌਟੀ ਹੁੰਦੀ ਹੈ ਸਤਿਅਮ ਸ਼ਿਵਮ ਸੁੰਦਰਮ ਦੀ, ਕਿ ਕਲਾ ਨੇ ਸੱਚ ਤੇ ਪਹਿਰਾ ਦੇਣਾ ਹੁੰਦਾ, ਕਲਿਆਣਕਾਰੀ ਹੁੰਦਾ, ਸ਼ਿਵਮ ਹੁੰਦਾ, ਤੇ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਜਾਣਾ ਹੁੰਦਾ। ਸਤਿੰਦਰ ਸਰਤਾਜ ਅੱਜ ਵੀ ਗਾ ਰਿਹਾ ਹੈ। ਗੁਰਮੁਖੀ ਦਾ ਬੇਟਾ ਜਦੋਂ ਉਹ ਗਾਉਂਦਾ ਹੈ, ਉਹਨੂੰ ਵੀ ਤਾਂ ਕਰੋੜਾਂ ਲੋਕੀ ਸੁਣਦੇ ਨੇ ਨਾ, ਕਰੋੜ ਲੋਕ ਦੇਖ ਰਹੇ ਨੇ। ਮਸਲਾ ਦੋ ਜਗ੍ਹਾ ਖੜਾ ਹੈ। ਮਸਲਾ ਇੱਕ ਤਾਂ ਇਸ ਜਗ੍ਹਾ ਤੇ ਖੜਾ ਹੈ ਕਿ ਜਿਸ ਪ੍ਰੋਫੈਸ਼ਨ ਨੂੰ ਮੈਂ ਇਹ ਕਹਿੰਦਾ ਕਿ ਇਹ ਮੇਰਾ ਪ੍ਰੋਫੈਸ਼ਨ ਹੈ, ਕਿ ਮੈਂ ਕਵੀ ਹਾਂ ਜੀ, ਜਾਂ ਮੈਂ ਕਹਿੰਦਾ ਮੈਂ ਗਾਇਕ ਹਾਂ, ਜਾਂ ਮੈਂ ਕਹਿੰਦਾ ਮੈਂ ਐਕਟਰ ਹਾਂ, ਜਾਂ ਮੈਂ ਕਹਿੰਦਾ ਮੈਂ ਪ੍ਰੋਫੈਸਰ ਹਾਂ, ਕੀ ਮੈਂ ਉਹਦੇ ਵਿੱਚ ਮੁਹਾਰਤ ਹਾਸਲ ਕਰ ਰਿਹਾ? ਕੀ ਮੈਂ ਉਹਦੀ ਡਿਟੇਲ ਸਿੱਖਣ ਦੀ ਕੋਸ਼ਿਸ਼ ਕਰ ਰਿਹਾ? ਕੀ ਉਹਦੇ 'ਚ ਮੈਂ ਅਪਡੇਟ ਹੋ ਰਿਹਾ? ਕਿ ਇਹਦਾ ਹੈ ਕਿ ਉਹੀ ਜਿਹੜੀ ਗੱਲ ਇਹ ਕਰ ਰਹੇ ਸੀ ਨਾ ਗੁਰਬਾਣੀ ਦੇ ਸਿਲਸਿਲੇ 'ਚ ਵੀ, ਕਿ ਜਿਸ ਪ੍ਰਚਾਰਕ ਨੂੰ ਗੁਰਬਾਣੀ ਆਂਦੀ ਹੋਊਗੀ ਅੰਦਰੋਂ, ਉਹ ਆਪੇ ਗੁਰਬਾਣੀ ਦੀ ਸਹੀ ਵਿਆਖਿਆ ਕਰੂਗਾ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਜਿਸ ਪੇਸ਼ੇ ਨਾਲ ਜੁੜੇ ਹੋਏ ਹਾਂ, ਕਿ ਸਾਨੂੰ ਉਹਦੀ ਸਮਝ ਹੈ ਕਿ ਗਾਇਕੀ ਦੇ ਵਿੱਚ ਪਹਿਲਾਂ ਲਿਰਿਕਸ ਆਉਂਦੇ ਨੇ, ਪਹਿਲਾਂ ਇਹ ਗਾਇਕੀ ਲਿਖੀ ਹੋਈ ਆਉਂਦੀ ਹੈ, ਫਿਰ ਸ਼ਬਦਾਂ ਦੀ ਮਹਿਮਾ ਹੁੰਦੀ ਹੈ ਕਿ ਸ਼ਬਦਾਂ ਨੂੰ ਕਿਵੇਂ ਤੁਸੀਂ ਐਕਸਪ੍ਰੈਸ ਕਰਨਾ ਹੈ, ਸ਼ਬਦ ਦੇ ਮਾਇਨੇ ਕੀ ਨੇ, ਉਹ ਸ਼ਬਦ ਕਿਹੜੇ ਅਰਥ ਲੈ ਕੇ ਤੁਹਾਡੇ ਸਰੋਤੇ ਤੱਕ ਜਾ ਰਿਹਾ। ਫਿਰ ਉਦੋਂ ਤੁਸੀਂ ਵਿਜ਼ੂਅਲ ਸਿਰਜਦੇ ਹੋ, ਫਿਰ ਉਹਦੇ ਵਿੱਚ ਉਹਦੇ ਹਿਸਾਬ ਨਾਲ ਵਿਜ਼ੂਅਲ ਦਿੰਦੇ ਹੋ ਕਿ ਆਹ ਗੱਲ ਹੋ ਰਹੀ ਹੈ, ਇਸ ਹਿਸਾਬ ਨਾਲ ਸੱਭਿਆਚਾਰ ਹੋ ਰਿਹਾ। ਇੱਕ ਤਾਂ ਇਹ ਗੱਲ ਹੈ ਕਿ ਆਪਾਂ ਹਵਾ 'ਚ ਤੀਰ ਚਲਾ ਰਹੇ ਹਾਂ, ਆਪਾਂ ਚੁੰਨੀ ਵਾਲਾ ਗੀਤ ਗਾਣੇ, ਚੁੰਨੀ ਨਹੀਂ ਹੁੰਦੀ, ਆਪਾਂ ਜੁੱਤੀ ਦੀ ਗੱਲ ਕਰ ਰਹੇ ਹੁੰਦੇ, ਸੱਭਿਆਚਾਰ ਦੀ ਗੱਲ ਹੁੰਦੀ ਤੇ ਉੱਥੇ ਕੁਝ ਹੋਰ ਹੀ ਹੁੰਦਾ, ਡਿਸਕੋ ਦਾ ਚੱਲ ਰਿਹਾ ਹੁੰਦਾ। ਦੈਟ ਮੀਨਸ ਕਿ ਮੰਡੀ ਨੇ ਇੱਕ ਹਊਆ ਕ੍ਰੀਏਟ ਕਰਤਾ ਕਿ ਭਾਈ ਜੇ ਤੂੰ ਵਿਕਣਾ ਤੈਨੂੰ ਆਹ ਕੁਝ ਚਾਹੀਦਾ। ਪਰ ਦੂਜੀ ਇਹਦੇ ਵਿੱਚ ਬਹੁਤ ਇੰਪੋਰਟੈਂਟ ਗੱਲ ਹੈ ਸਾਡੀ ਆਰਥਿਕਤਾ, ਜਿਹੜੀ ਅਸੀਂ ਗੱਲ ਕਰ ਰਹੇ ਨੇ ਕਿ ਪੁਰਾਣੇ ਸੱਭਿਆਚਾਰ ਵਾਲੇ ਇਦਾਂ ਹੁੰਦਾ ਸੀ। ਉਦੋਂ ਕੀ ਹੁੰਦਾ ਸੀ ਕਿ ਖਾਸ ਮੁਹਾਰਤ ਵਾਲੇ, ਜਿਹਨਾਂ ਨੂੰ ਅਸੀਂ ਮਰਾਸੀ ਵੀ ਕਹਿੰਦੇ ਸੀ, ਵੀ ਜ਼ਿਆਦਾਤਰ ਗਾਇਕੀ ਨਾਲ ਉਹ ਵਰਗ ਜੁੜਿਆ ਹੋਇਆ ਸੀ। ਜੱਟ ਕਿਸਾਨ ਖੇਤੀ ਕਰਦਾ ਸੀ, ਮਜ਼ਦੂਰ ਆਹ ਕਰਦਾ ਸੀ, ਉਹ ਕਰਦਾ ਸੀ, ਐਂਟਰਟੇਨਮੈਂਟ ਦੇ ਹਵਾਲੇ ਸੀ, ਹੈਨਾ, ਉਹ ਹਵਾਲੇ ਸੀ। ਹੁਣ ਕੀ ਹੈ ਕਿ ਸਾਰੇ ਆਪਾਂ ਐਂਟਰਟੇਨਮੈਂਟ ਚਲੇ ਗਏ। ਰੀਜ਼ਨ ਕੀ ਹੈ? ਅੱਜ ਇੱਕ ਦੋ ਮੁੰਡੇ ਆ ਕਿਸੇ ਪਿਓ ਦੇ, ਉਹ ਕਹਿੰਦੇ ਯਾਰ 6-7 ਕਿੱਲੇ ਤੇਰੇ ਕੋਲ ਹੈਗੇ ਖੇਤੀ ਦੇ, ਤੂੰ ਵੀ ਤਾਂ ਮਿੱਟੀ ਨਾਲ ਮਿੱਟੀ ਹੋਇਆ ਰਹਿਣਾ, ਜੇ ਅਸੀਂ ਵੀ ਦੋਏ ਜਣੇ ਉਹ 'ਚ ਵੜ ਗਏ ਤਾਂ ਤੇਰੀ ਉਪਜ ਤਾਂ ਵੱਧ ਨਹੀਂ ਜਾਣੀ, ਤੇਰੇ ਪੈਸੇ ਤਾਂ ਵਧਣੇ ਨਹੀਂ, ਫਿਰ ਅਸੀਂ ਕਿਉਂ ਐਵੇਂ ਮਿੱਟੀ ਨਾਲ ਮਿੱਟੀ ਹੋਈਏ, ਅਸੀਂ ਕੋਈ ਹੋਰ ਤਰੀਕਾ ਚੱਕਦੇ, ਅਸੀਂ ਤੂੰ ਵੀ ਚੁੱਕ ਲਾਂਗੇ, ਅਸੀਂ ਗਾਇਕ ਬਣ ਜਾਾਂਗੇ। ਸੋਸਾਇਟੀ ਇਹੋ ਜਿਹੀ ਬਣ ਗਈ ਕਿ ਕਾਮਯਾਬ ਹੋਣਾ ਬਹੁਤ ਜ਼ਰੂਰੀ ਹੋ ਗਿਆ। ਕਾਮਯਾਬੀ ਕਿੱਦਾਂ ਮਿਲ ਰਹੀ ਹੈ? ਨੋਬਡੀ ਬੋਦਰਸ, ਹੈ ਨਾ, ਉਹ ਕਹਿੰਦੇ ਹੋ ਗਿਆ। ਹੁਣ ਸਰਕਾਰਾਂ ਦੀ ਕਿੱਥੇ ਜ਼ਿੰਮੇਵਾਰੀ ਆਉਂਦੀ? ਈਦੂ ਸ਼ਰੀਫ ਵਰਗਾ ਸਿੰਗਰ ਜਾਂ ਉਹ ਸਿੰਗਰ ਜਿਹੜੇ ਸੱਚੀ ਮੁੱਚੀ ਜਿਹਨਾਂ ਨੂੰ ਗਾਇਕੀ ਆਉਂਦੀ ਹੈ, ਜਾਂ ਜਿਹਨਾਂ ਨੂੰ ਵੀ ਪਤਾ ਵੀ ਸ਼ਬਦ ਦੀ ਮਹਿਮਾ ਕੀ ਹੁੰਦੀ, ਇਹਨੂੰ ਕਿੱਦਾਂ ਇੰਪੋਰਟੈਂਸ ਦੇਣੀ ਹੈ,
ਸੱਭਿਆਚਾਰਕ ਮਾਮਲੇ ਵਿਭਾਗ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ, ਉਹਨਾਂ ਦੇ ਲੋਕ ਗਾਇਕਾਂ ਦੇ ਰੇਟ ਅੱਜ ਵੀ ਕੀ ਆ 3500 6500 8500 ਪਰ ਪ੍ਰੋਗਰਾਮ। ਹੁਣ ਤੇ ਤੇ ਮੇਲੇ ਹੀ ਦੂਜੇ ਬੰਦ ਪਾਸੇ ਕਰਤੇ ਉਹਨਾਂ ਨੇ। ਜਿਹਨਾਂ ਦੀ ਅੱਜ ਅਸੀਂ ਗੱਲ ਕਰਦੇ ਆ, ਇਹਨਾਂ ਦੇ ਰੇਟ ਹੈਗੇ 1.5 ਲੱਖ 2.5 ਲੱਖ 5 ਲੱਖ। 5 ਲੱਖ, ਓਕੇ, ਹੁਣ ਕਿਹੜਾ ਪੇਰੈਂਟਸ ਬੇਵਕੂਫ ਹੈ ਜਿਹੜਾ ਪ੍ਰਮੋਟ ਕਰੂਗਾ ਮੈਨੂੰ ਕਿ ਭਾਈ ਤੂੰ ਉਹ 3500 ਵਾਲਾ ਹੀ ਗਾਇਕ ਬਣਿਆ ਰਹਿ? ਉਹ ਕਹਿੰਦਾ ਘਰ ਦੀ ਆਰਥਿਕਤਾ ਵੀ ਚਲਾਣੀ ਆ, ਕੋਠੀਆਂ ਖੜੀਆਂ ਹੋ ਰਣ ਦੇ, ਤੂੰ ਗਾਣਾ ਕੱਢ, ਲੋਕਾਂ ਨੂੰ ਕੋਈ ਗੱਲ ਨਹੀਂ, ਅਸੀਂ ਬਰਦਾਸ਼ਤ ਕਰ ਲਾਂਗੇ। ਸਾਨੂੰ 4 ਲੋਕੀ ਕਹਿਣਗੇ ਤੇਰਾ ਮੁੰਡਾ ਧੀਆਂ ਭੈਣਾਂ ਨੂੰ ਗਾਣਾ ਕੱਢਦਾ, ਕੱਢੀ ਜਾ, ਕੋਈ ਗੱਲ ਨਹੀਂ। ਗੱਡੀਆਂ ਤੇ ਆ ਕੇ ਖੜਨਗੀਆਂ, ਉਹ ਗੱਡੀਆਂ ਫਿਰ ਦਿਸਦੀਆਂ, ਫਿਰ ਗੱਡੀਆਂ ਦਾ ਪ੍ਰਚਾਰ ਹੁੰਦਾ, ਫਿਰ ਉਹ ਕੈਂਠੇ ਬੜੇ ਬੜੇ ਪਾ ਕੇ ਪ੍ਰਚਾਰ ਹੁੰਦਾ ਟੀਵੀ ਤੋਂ। ਹਰ ਇੱਕ ਬੰਦਾ, ਪੂਰੀ ਮੰਡੀ ਜੁੜੀ ਹੋਈ ਆ, ਪੂਰਾ ਇੱਕ ਨੈਕਸਸ ਜੁੜਿਆ ਹੋਇਆ ਉੱਪਰੋਂ ਲੈ ਕੇ ਥੱਲੇ ਤੱਕ। ਉਹ ਸਾਰੇ ਉਹਨੂੰ ਪ੍ਰਮੋਟ ਕਰਨ ਤੇ ਲੱਗੇ ਹੋਏ, ਇੱਕ ਸਿਰੇ ਤੋਂ ਪ੍ਰਮੋਟ ਕਰਨ ਤੇ ਲੱਗੇ ਹੋਏ। ਜਿਹੜਾ ਆਮ ਬੰਦਾ ਹੈ ਉਹ ਕਹਿੰਦਾ ਫਲਾਣਾ ਪ੍ਰਚਾਰਕ ਦੇਖੋ, ਉਹਦੇ ਲਾਲੀ ਤਾਂ ਦੇਖੋ ਗੱਲਾਂ ਦੇ ਉੱਤੇ ਕਿੰਨੀ ਕਮਾਲ ਦੀ ਹੈ, ਫਲਾਣਾ ਸਿੰਗਰ ਦੇਖੋ ਲਾਲੀ, ਬਈ ਲਾਲੀ ਤਾਂ ਹੋਣੀ ਹੈ ਜਿਹਦੇ ਕੋਲ ਇੰਨਾ ਪੈਸਾ, ਗੱਡੀਆਂ। ਫਿਰ ਮੈਨੂੰ ਮਤਲਬ ਕਿ ਮੈਂ ਇੱਕ ਪਰਿਵਾਰਕ ਚੈਨਲ ਤੇ ਬੈਠਾ, ਮੈਨੂੰ ਕਹਿਣਾ ਨਹੀਂ ਚਾਹੀਦਾ 10-10 15-15 ਕੁੜੀਆਂ ਉਹਦੇ ਮਗਰ ਫਿਰ ਰਹੀਆਂ। ਦੂਜਾ ਮੁੰਡਾ ਉੱਥੇ ਤਰਸਦਾ ਵਿਚਾਰਾ, ਉਹ ਕਹਿੰਦਾ ਮੇਰੇ ਤੇ ਇੱਕ ਕੁੜੀ ਨਹੀਂ ਦੋਸਤ ਬਣਦੀ, ਇਹ ਤਾਂ 15-15 ਲਈ ਫਿਰਦਾ, ਇਹ ਬੜੀ ਗੱਡੀਆਂ ਲਈ ਫਿਰਦਾ, ਮੈਨੂੰ ਤਾਂ ਮਾਰੂਤੀ 800 ਲੈਣੀ ਮੁਸ਼ਕਲ ਹੋਈ ਹੈ। ਸੋ ਇਹ ਇੱਕ ਧੁੰਦੂਕਾਰਾ ਅਸੀਂ ਮਿਲ ਕੇ ਸਿਰਜਿਆ, ਸਾਡੇ ਪੋਲੀਟੀਕਲ ਸਿਸਟਮ ਨੇ ਵੀ ਸਿਰਜਿਆ। ਸਾਡਾ ਧਾਰਮਿਕ ਸਿਸਟਮ ਇੰਨਾ ਕੁ ਪਿਓਰ ਸੀ, ਇੰਨਾ ਕੁ ਪਾਇਸ ਸੀ, ਅਸੀਂ ਢਾਡੀ, ਅਸੀਂ ਪ੍ਰਚਾਰਕ ਇੰਨੀ ਉਹਦੀ ਕਦਰ ਕਰਦੇ ਸੀ। ਘਰਾਂ ਦੇ ਵਿੱਚ ਇਹ ਗੱਲ ਕੋਈ ਬਹੁਤ ਵੱਡੀ ਨਹੀਂ, ਪੁਰਾਣੀ ਨਹੀਂ ਗੀ, ਘਰਾਂ ਵਿੱਚ ਧੀਆਂ ਭੈਣਾਂ ਤੇ ਨੂੰਹਾਂ ਦੀ ਜ਼ਿੰਮੇਵਾਰੀ ਲਾਈ ਜਾਂਦੀ ਸੀ ਕਿ ਪ੍ਰਚਾਰਕ ਆਇਆ ਹੈ, ਤੁਸੀਂ ਪ੍ਰਸ਼ਾਦਾ ਉਹਨੂੰ ਤੁਸੀਂ ਛਕਾਉਣਾ। ਇੰਨਾ ਵਿਸ਼ਵਾਸ, ਇੰਨੀ ਕਦਰ, ਇੰਨਾ ਮਾਣ, ਇੱਜ਼ਤ ਅਸੀਂ ਉਹਨਾਂ ਨੂੰ ਦਿੰਦੇ ਰਹੇ। ਅੱਜ ਉਹਨਾਂ ਵਿੱਚੋਂ ਰੇਪਿਸਟ ਨਿਕਲ ਆਏ, ਉਹਨਾਂ ਵਿੱਚੋਂ ਪੈਸੇ ਦੀ ਬਦਮਾਸ਼ੀ ਕਰਨ ਵਾਲੇ ਨਿਕਲ ਆਏ, ਉਹਨਾਂ ਵਿੱਚੋਂ 15-15 ਗੱਡੀਆਂ ਦੇ ਕਾਫਲੇ ਲਿਜਾਣ ਵਾਲੇ ਨਿਕਲ ਆਏ। ਸੋ ਇਹ ਸਾਰਾ ਕੁਝ ਬਦਲਿਆ। ਇਹ ਬਦਲ ਨੂੰ ਦੇਖਣ ਵਾਲੇ ਦੋ ਹੀ ਤਰ੍ਹਾਂ ਦੇ, ਇੱਕ ਅਸੀਂ ਆ ਜਿਹੜੇ 4-5 ਬੰਦੇ ਅਸੀਂ ਅੱਜ ਫਿਕਰਮੰਦ ਇੱਥੇ ਬੈਠੇ ਆ ਕਿ ਇਹ ਨਹੀਂ ਹੋਣਾ ਚਾਹੀਦਾ, ਲੋਕਾਂ ਨੂੰ ਉੱਠਣਾ ਚਾਹੀਦਾ। ਦੂਜੇ ਇਹ ਨੇ ਜਿਹੜੇ ਪਿੱਠ ਪਿੱਛੇ ਕਹਿੰਦੇ ਕਿ ਤੁਸੀਂ ਕੀ ਖੱਟ ਲਿਆ, ਤੁਸੀਂ ਚੰਗਾ ਸੱਭਿਆਚਾਰ ਦੇ ਰਹੇ ਹੋ, ਕੀ ਖੱਟ ਲਿਆ, ਏਦਾਂ ਤੁਰੇ ਫਿਰਦੇ ਹੋ ਨਾ, ਝੋਲੇ ਲਈ ਫਿਰਦੇ ਹੋ ਨਾ, ਕਿੰਨੇ ਕੁ ਪੈਸੇ ਨੇ ਤੁਹਾਡੇ, ਬੈਂਕ ਬੈਲੈਂਸ ਕਿੰਨਾ ਕੁ ਹੈਗਾ, ਨਿਆਣੇ ਕਿੱਥੇ ਪੜ੍ਹਾ ਰਹੇ ਹੋ ਤੁਸੀਂ, ਕਿੰਨਾ ਪੈਸਾ ਤੁਹਾਡੇ ਕੋਲ, ਸਵਾਲ ਕਰਦੇ, ਤੁਹਾਡੇ ਕੋਲ ਜਵਾਬ ਨਹੀਂ ਹੁੰਦਾ। ਤੁਸੀਂ ਵੀ ਉਸ ਸਿਸਟਮ ਵਿੱਚ ਜੀ ਰਹੇ ਹੋ, ਤੁਹਾਡੇ ਕੋਲ ਵੀ ਉਹੀ ਚੈਲੰਜਸ ਨੇ, ਜ਼ਿੰਦਗੀ ਦੇ ਸਾਰੇ ਚੈਲੰਜਸ ਉਹੀ ਨੇ, ਤੁਹਾਡੇ ਬੱਚੇ ਵੀ ਤੁਹਾਡੇ ਵੱਲੋਂ ਦੇਖ ਰਹੇ ਨੇ, ਉਹਨਾਂ ਦੇ ਬੱਚੇ ਵੀ ਦੇਖ ਰਹੇ ਨੇ। ਸੋ ਇੰਨੇ ਸਾਰੇ ਚੈਲੰਜਸ ਦੇ ਵਿੱਚ ਆਪਾਂ ਕੋਈ ਇੱਕ ਐਂਗਲ ਫੜ ਕੇ ਪ੍ਰੋਬਲਮ ਨੂੰ ਹੱਲ ਨਹੀਂ ਕਰ ਸਕਦੇ, ਸਾਨੂੰ ਸਾਰੇ ਐਂਗਲ ਸਮਝਣੇ ਤੇ ਫੜਨੇ ਪੈਣ। ਠੀਕ ਹੈ ਪ੍ਰੋਫੈਸਰ ਮਨਜੀਤ ਜੀ, ਜਦੋਂ ਅਸੀਂ ਵਾਰ-ਵਾਰ ਸਰਕਾਰਾਂ ਦੀ ਗੱਲ ਕਰਦੇ ਹਾਂ, ਫਿਰ ਆਪਾਂ ਇਹ ਵੀ ਕਹਿੰਦੇ ਆ ਕਿ ਸਰਕਾਰਾਂ ਫਿਕਰਮੰਦ ਨਹੀਂ ਹੈਗੀਆਂ ਸੱਭਿਆਚਾਰ ਨੂੰ ਵਧਾਉਣ ਦੇ ਲਈ। ਦੂਜੇ ਪਾਸੇ ਸਾਹਿਬ ਸਿੰਘ ਹੋਰਾਂ ਨੇ ਉਦਾਹਰਨ ਵੀ ਦਿੱਤੀ ਹੈ ਕਿ ਤੁਸੀਂ ਸੱਭਿਆਚਾਰ ਨੂੰ ਸੰਭਾਲਣ ਵਾਲਿਆਂ ਦੇ ਰੇਟ ਕਿੰਨੇ ਤੈਅ ਕੀਤੇ ਹੋਏ ਨੇ, ਇਹ ਕੌਣ ਫਿਰ ਅੱਗੇ ਆਊਗਾ ਕਿ ਅਸੀਂ ਸੱਭਿਆਚਾਰ ਸਾਂਭਾਂਗੇ। ਪਰ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਚੈੱਕ ਹੋਣਾ ਬੜਾ ਜ਼ਰੂਰੀ ਹੈ ਵੀ ਜਿਹੜਾ ਖਾਸ ਤੌਰ ਤੇ ਪੰਜਾਬ ਦੇ ਸੰਦਰਭ 'ਚ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਹਥਿਆਰਾਂ ਦੀ ਗੱਲ ਕਰੂਗਾ, ਨਸ਼ਿਆਂ ਦੀ ਗੱਲ ਕਰੇਗਾ ਜਾਂ ਔਰਤ ਦੇ ਤਸਕਾਰ ਦੀ ਗੱਲ ਕਰੇਗਾ, ਉਹਦਾ ਗਾਣਾ ਅਸੀਂ ਚੱਲਣ ਨਹੀਂ ਦੇਣਾ ਜਿਵੇਂ ਮਰਜ਼ੀ ਹੋਵੇ। ਅਜਿਹਾ ਚੈੱਕ ਹੁੰਦਾ ਹੀ ਨਹੀਂ, ਜਿਵੇਂ ਦਾ ਮਰਜ਼ੀ ਤੁਸੀਂ ਗਾਣਾ ਕੱਢੋ, ਜੇ ਕੋਈ ਚੈਨਲ ਨਹੀਂ ਚਲਾਉਂਦਾ ਤਾਂ ਅਸੀਂ YouTube ਤੇ ਚਲਾ ਦਾਂਗੇ, ਅਸੀਂ ਆਪਣੇ ਚੈਨਲ ਤੇ ਨਹੀਂ ਚਲਾਉਂਦੇ, ਕਹਿੰਦਾ ਕੋਈ ਗੱਲ ਨਹੀਂ ਮੈਂ YouTube ਤੇ ਚਲਾ ਦਾਂਗਾ, ਤੁਹਾਡੇ ਤੇ ਨਹੀਂ ਚਲਾਵਾਂਗਾ, 4 ਹੋਰ ਚੈਨਲ ਉਹਨਾਂ ਤੇ ਚਲਾ ਦਾਂਗਾ। ਫਿਰ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਯਾਰ ਅਸੀਂ ਕੀ ਖੱਟ ਲਿਆ, ਫਿਰ ਇਹ ਕਰਕੇ ਸਾਡਾ ਨੁਕਸਾਨ ਜ਼ਰੂਰ ਹੋ ਗਿਆ, ਪਰ ਅਸੀਂ ਹਾਲੇ ਵੀ ਕਾਇਮ ਹੈ ਕਿ ਅਸੀਂ ਨਹੀਂ ਚਲਾਵਾਂਗੇ, ਪਰ ਗਾਣਾ ਤਾਂ ਫਿਰ ਵੀ ਵੱਜ ਹੀ ਰਿਹਾ ਨਾ, ਚੱਲ ਹੀ ਰਿਹਾ। ਬਹੁਤ ਸਾਰੇ ਲੋਕਾਂ ਨੂੰ ਇੰਜ ਲੱਗਦਾ ਕਿ ਜੇ ਕੜਿਆਂ ਵਾਲੀ ਗੱਡੀ, ਉਹ ਗਾਣਿਆਂ 'ਚ ਵੀ ਆਉਂਦਾ ਕਿ ਕੜਿਆਂ ਵਾਲੀ ਗੱਡੀ, ਉਹ ਕਹਿੰਦੇ ਵੀ ਉਹ ਅਹੁਦੀ ਕਿ ਕਿਹੜੀ ਉਹ ਨਾਂ ਲੈਂਦੇ ਆ, ਤੇ ਇਹ ਚਾਹੀਦੀ ਆ, ਤੇ ਇਹਦੇ ਨਾਲ ਜਿਹੜਾ ਮਾਣ ਤੇ ਰੁਤਬਾ ਇੰਨਾ ਉੱਚਾ ਹੁੰਦਾ, ਨਾਲੇ ਜਦੋਂ ਨਾਲੇ ਇੱਕ ਬੰਦੂਕਾਂ ਚਾਹੀਦੀਆਂ ਕੁਝ ਗੋਲੀਆਂ ਚਲਾਉਣ ਲਈ, ਵਿਆਹ 'ਚ ਵੀ ਹੋਰ ਸਾਰੀ ਜਗ੍ਹਾ। ਇਹ ਜਿਹੜਾ ਸਿਸਟਮ ਅਸੀਂ ਕਹਿ ਰਹੇ ਹਾਂ, ਇਹ ਇੱਕ ਬੜਾ ਖਪਤਕਾਰੀ ਚਕਾਚੌਂਦ ਹੈਗੀ ਆ, ਜਿਹਦੇ 'ਚ ਇੱਕ ਪਸ਼ੂ ਬਿਰਤੀ ਹੈਗੀ ਹੈ। ਪਸ਼ੂ ਵੀ ਜਿਹੜੇ ਖੁਸ਼ ਹੁੰਦੇ ਆ ਤੇ ਉਹ ਜਿਹੜੇ ਨੱਚਦੇ ਆ, ਲੜਦੇ ਆ, ਭਿੜਦੇ ਆ, ਸਾਰਾ ਉਸ ਪਾਸੇ ਨੂੰ, ਮਤਲਬ ਜਿਹੜੀ ਤੁਹਾਡੀ ਸੱਭਿਆਚਾਰ ਜਿਹਨੂੰ ਸੱਭਿਅਤਾ ਕਹਿੰਦੇ ਆ, ਜਿਹਦੇ ਵਿੱਚ ਤੁਸੀਂ ਜੀਨੇ ਆ, ਦੂਜਿਆਂ ਦੇ ਨਾਲ ਰਲ ਕੇ ਜੀਨੇ ਆ, ਔਰ ਉਹਨਾਂ ਨੂੰ ਜੀਣ ਦੇ ਮੌਕੇ ਦਿੰਦੇ ਆ, ਔਰ ਇੱਕ ਸਪਿਰਚੁਅਲ ਸਾਂਝ ਪਾਉਂਦੇ ਆ, ਉਹਨੂੰ ਕਲਚਰ ਕਹਿੰਦੇ ਆ। ਹੁਣ ਕਲਾਸੀਕਲ ਮਿਊਜ਼ਿਕ ਹੈਗਾ, ਉਹ ਸਾਰੀ ਉਮਰ ਲੱਗ ਜਾਂਦੀ ਹੈ, ਸਾਰੀ ਉਮਰ ਲੋਕਾਂ ਦਾ, ਫਿਰ ਜਾ ਕੇ ਉਹਨਾਂ ਦੇ ਵਿੱਚ ਇੱਕ ਪਰਫੈਕਟ ਕੁਝ। ਇਹ ਜਿਹੜਾ ਮਰਜ਼ੀ ਉੱਠਦਾ, ਕਿਉਂਕਿ ਰੌਲਾ ਪਾਉਣਾ ਜ਼ਿਆਦਾ, ਗਲੇ ਦੀ ਜਿਹੜਾ ਜ਼ੋਰ ਜ਼ਿਆਦਾ ਲਾਉਣਾ, ਰਿਦਮ ਹੈ, ਇਹ ਨਹੀਂ ਮੈਂ ਕਹਿੰਦਾ ਕਿ ਉਹਨਾਂ 'ਚ ਕੋਈ ਮਿਊਜ਼ੀਕੈਲਿਟੀ ਨਹੀਂ ਹੈ ਜਾਂ ਸੌਂਗ ਨਹੀਂ ਹੈ, ਇਹ ਠੀਕ ਹੈਗੀ ਗੱਲ, ਪਰ ਉਹ ਬਾਡੀ ਸੈਂਟਰਿਕ ਜ਼ਿਆਦਾ ਹੈ, ਉਹ ਸਰੀਰ ਨੂੰ ਵਿੱਚ ਰੱਖ ਕੇ ਜਿਹੜੀ ਚਕਾਚੌਂਦੀ ਚੀਜ਼ ਹੈ ਨਾ, ਕਿ ਜਿਹੜੀ ਫਲੈਸ਼ੀ ਦਿਖਦੀ ਆ, ਕੁਝ ਬਾਕੀ ਲਾਈਟਾਂ ਦਾ ਸਿਸਟਮ, ਮਿਊਜ਼ਿਕ ਦਾ ਸਿਸਟਮ, ਉਹ ਸਾਰੇ ਨੇ ਇਹੋ ਜਿਹਾ ਕਰ ਦਿੱਤਾ ਕਿ ਉਹ ਦੇ ਬਿਹੇਵ ਮੋਰ ਲਾਈਕ ਗੈਂਗਸਟਰਸ। ਗੈਂਗਸਟਰ ਦੀ ਉਮਰ ਕੋਈ ਬਹੁਤੀ ਨਹੀਂ ਹੁੰਦੀ, ਉਹ ਤੁਹਾਨੂੰ ਪਤਾ ਉੱਥੇ ਵੀ ਮਰਿਆ, ਅੱਜ ਵੀ ਮਰਿਆ, ਇਹਨਾਂ ਦੀ ਵੀ ਕੋਈ ਬਹੁਤੀ ਉਮਰ ਲੰਬੀ ਹੈ, ਲੰਬੀ ਦੇਰ ਤੱਕ ਚੱਲਣ ਵਾਲੇ ਨਹੀਂ ਹੈ, ਅਨਲਾਈਕ ਕਿ ਜਿਹੜਾ ਕਲਾਸੀਕਲ ਆ ਉਹ ਸਦੀਆਂ ਤੱਕ ਜੀਂਦੇ ਆ। ਠੀਕ ਹੈ ਤਰਲੋਚਨ ਜੀ, ਹਾਲ ਹੀ ਦੇ ਵਿੱਚ ਇੱਕ ਸਰਵੇ ਹੋਇਆ, ਉਹਦੀ ਰਿਪੋਰਟ ਮੈਂ ਪੜ੍ਹ ਰਿਹਾ ਸੀ, ਔਰ ਉਹਦੇ ਵਿੱਚ ਉਹਨਾਂ ਨੇ ਐਕਸੀਡੈਂਟ ਦਾ ਵੇਰਵਾ ਦਿੰਦੇ ਹੋਏ ਲਿਖਿਆ ਕਿ ਬਹੁਤ ਸਾਰੇ ਜਿਹੜੇ ਐਕਸੀਡੈਂਟ ਨੇ, ਜਿਹੜੇ ਨੌਜਵਾਨਾਂ ਦੇ ਐਕਸੀਡੈਂਟ ਹੁੰਦੇ ਨੇ, ਉਹਨਾਂ ਦੇ ਵਿੱਚ ਵੱਡਾ ਕਾਰਨ ਇੱਕ ਗਾਣੇ ਵੀ ਨੇ,
ਉੱਚੀ ਗਾਣੇ ਔਰ ਅਗਰੈਸਿਵ ਗਾਣੇ ਲਗਾਉਣ ਤੋਂ ਬਾਅਦ ਉਹਨਾਂ ਦੀ ਸਪੀਡ ਆਪਣੇ ਆਪ ਵੱਧ ਜਾਂਦੀ ਹੈ, ਕੰਟਰੋਲ ਤੋਂ ਬਾਹਰ ਹੋ ਜਾਂਦੇ ਨੇ। ਜੇ ਮਾੜੀ ਮੋਟੀ ਸ਼ਰਾਬ ਪੀਤੀ ਹੋਈ ਹੈ ਫਿਰ ਤਾਂ ਬੇੜਾ ਹੀ ਗਰਕ ਹੋ ਜਾਂਦਾ ਹੈ। ਮਤਲਬ ਕਿਸ ਕਦਰ ਤੱਕ ਗਾਣੇ ਸਾਡੇ ਤੇ ਹਾਵੀ ਨੇ, ਕਿਸ ਕਦਰ ਤੱਕ ਗਾਣੇ ਸਾਨੂੰ ਪ੍ਰਭਾਵਿਤ ਕਰਦੇ ਨੇ, ਇਹ ਸਭ ਤੋਂ ਵੱਡੀ ਉਦਾਹਰਨ ਉਹਨਾਂ ਦੀ ਹੈਗੀ ਹੈ। ਤੇ ਪਰ ਗੱਲ ਉੱਥੇ ਹੀ ਆ ਜਾਂਦੀ ਹੈ, ਜੇ ਚੰਗੀ ਗਾਇਕੀ ਸੁਣਨ ਵਾਲੇ ਲੋਕ ਨਹੀਂ ਹੋਣਗੇ ਤਾਂ ਚੰਗੀ ਗਾਇਕੀ ਮਾਰਕੀਟ ਦੇ ਵਿੱਚ ਵਿਕੇਗੀ ਕਿਵੇਂ? ਹਰ ਕੋਈ ਸਤਿੰਦਰ ਸਰਤਾਜ ਨਹੀਂ ਬਣ ਸਕਦਾ, ਔਰ ਸਤਿੰਦਰ ਸਰਤਾਜ ਬਣਨ ਜਿੰਨੀ ਮਿਹਨਤ ਵੀ ਸ਼ਾਇਦ ਹੀ ਕੋਈ ਕਰਨਾ ਚਾਹੇਗਾ, ਫਿਰ ਸਸਤੇ ਔਰ ਘੱਟ ਮਿਹਨਤ ਕਰਕੇ ਜੇ ਵਿਕਦਾ ਤਾਂ ਫਿਰ ਕਿਉਂ ਨਹੀਂ ਵਿਕੇਗਾ? ਹਰਪ੍ਰੀਤ ਜੀ, ਸੰਗੀਤ ਇੱਕ ਇਦਾਂ ਦੀ ਚੀਜ਼ ਹੈ, ਤੁਸੀਂ ਜਿਹੜੀ ਸੁਰ ਵਾਲਾ ਸੰਗੀਤ ਸੁਣੋਗੇ, ਜਿਹੜੀ ਸੁਰ ਵਾਲੀ ਗਾਇਕੀ ਸੁਣੋਗੇ, ਮਾਨਸਿਕ ਤੌਰ ਤੇ ਤੁਸੀਂ ਉਦਾਂ ਦੇ ਹੋ ਜਾਓਗੇ। ਤੁਸੀਂ ਬਿਲਕੁਲ ਠੀਕ ਹੈ। ਜਦੋਂ ਅਸੀਂ ਕਾਰ ਚਲਾ ਰਹੇ ਹਾਂ, ਗੱਡੀ ਚਲਾ ਰਹੇ ਹਾਂ, ਜੇ ਮਿਊਜ਼ਿਕ ਲਾਈਟ ਮਿਊਜ਼ਿਕ ਹੋਊਗਾ, ਅਸੀਂ ਬੜੇ ਸਹਿਜ ਨਾਲ ਚੱਲਾਂਗੇ, ਸਾਡਾ ਮਾਨਸਿਕਤਾ, ਸਾਨੂੰ ਬੜੇ ਸਕੂਨ ਨਾਲ ਚੱਲਾਂਗੇ। ਤੇ ਜਦੋਂ ਫਿਰ ਇਹੋ ਜਿਹਾ ਦੀ ਗਾਇਕੀ, ਉਹ ਗੀਤ ਲੱਗੇ ਹੋਣਗੇ ਤੇ ਸਾਡਾ ਦਿਲ ਵੀ ਕੰਬੂਗਾ, ਸਾਡਾ ਮਾਨਸਿਕ ਤੌਰ ਤੇ ਅਸੀਂ ਹੋਰ ਹੀ ਕੁਝ ਸੋਚਾਂਗੇ। ਤੇ ਉਹਦੇ ਨਾਲ ਕੀ ਹੋਊਗਾ, ਜਦੋਂ ਅਸੀਂ ਇੰਨੇ ਕੀ ਕਵਾਂਗੇ ਗਾਇਕੀ 'ਚ ਖੁਬੇ ਹੋਵਾਂਗੇ, ਡਿੱਗੇ ਹੋਵਾਂਗੇ ਤੇ ਐਕਸੀਡੈਂਟ ਹੀ ਕਰਨੇ ਆ। ਇਹਦੀ ਐਗਜ਼ਾਮਪਲ ਬਹੁਤ ਸਾਡੇ ਸਾਹਮਣੇ ਆ। ਦੇਖੋ, ਕਈ ਗੱਲਾਂ ਚੰਗੀਆਂ ਵੀ ਬਹੁਤ ਹੋ ਰਹੀਆਂ ਅੱਜ। ਪੰਜਾਬੀ ਫਿਲਮਾਂ ਜਿਹੜੀਆਂ ਨੇ, ਦਲਜੀਤ ਦੋਸਾਂਝ ਦਸਤਾਰ ਸਜਾ ਕੇ ਆ ਰਿਹਾ, ਐਮੀ ਵਿਰਕ ਦਸਤਾਰ ਸਜਾ ਕੇ ਆ ਰਿਹਾ, ਗੁਰਪ੍ਰੀਤ ਘੋਗੀ ਆ, ਹੋਰ ਕਈ ਨੇ। ਤੁਸੀਂ ਅੱਜ ਦੇਖੋ, ਅੱਜ ਵੱਡੇ ਪੱਧਰ ਤੇ, ਮੈਂ ਕਹਿੰਦਾ ਵਿਦੇਸ਼ਾਂ 'ਚ ਵੀ ਜਾਈਦਾ, ਕੈਨੇਡਾ, ਅਮਰੀਕਾ, ਉੱਥੇ ਵੀ ਦੇਖੀਦਾ ਵੀ ਹੁਣ ਮੁੰਡਿਆਂ 'ਚ ਇੱਕ ਸ਼ੌਂਕ ਆ ਗਿਆ ਵੀ ਦਸਤਾਰ ਪਾਈ ਜਾਵੇ। ਇੱਕ ਸਮਾਂ ਸੀ ਮੁਕਰੀਆਂ ਪਾਈਆਂ, ਵਾਲ ਕਿੱਧਰੋਂ ਕੱਟੇ, ਪੁੱਠੇ ਸਿੱਧੇ ਪਾਸਿਓਂ ਕੱਟੇ, ਤੇ ਉਦਾਂ ਹੀ ਚੱਲੀ ਜਾ ਰਿਹਾ ਸੀ। ਸੋ ਇਹ ਬਹੁਤ ਕਲੀਅਰ ਹੈ ਵੀ ਜਿੱਦਾਂ ਦੀ ਗਾਇਕੀ, ਜਿੱਦਾਂ ਦੇਖੋ ਸੰਗੀਤ ਨਾਲ ਸਾਰੇ ਜੁੜੇ ਨੇ ਜੀ, ਹਰੇਕ ਬੰਦਾ ਸੰਗੀਤ ਨਾਲ ਉਹ ਸੁਣਦਾ ਹੀ ਹੈ। ਇਹ ਠੀਕ ਹੈ ਵੀ ਜਦੋਂ ਇੱਕ ਸੰਗੀਤ ਭਾਰੂ ਹੋਊਗਾ ਤਾਂ ਫਿਰ ਜ਼ਿਆਦਾ ਉਹਨੂੰ ਸੁਣਨਗੇ, ਜਦੋਂ ਜ਼ਿਆਦਾ ਮਿਲੇਗਾ ਹੀ ਉਹ। ਪਰ ਸੰਗੀਤ ਨਾਲ ਜੁੜੇ ਨੇ, ਇਹਨੂੰ ਰੋਕਣ ਲਈ, ਇਹਨੂੰ ਸਮਝਾਉਣ ਲਈ, ਇਹਨੂੰ ਕਰਨ ਲਈ ਇੱਕੋ ਇੱਕ ਸਾਧਨ ਆਪਣੇ ਕੋਲ ਹੈਗਾ। ਜਿਹੜੀਆਂ ਸੱਭਿਆਚਾਰਕ ਸੰਸਥਾਵਾਂ ਨੇ, ਉਹ ਸਰਕਾਰ ਤੇ ਬਹੁਤਾ ਭਰੋਸਾ ਕੀਤਾ ਜਾ ਸਕਦਾ, ਨਹੀਂ ਕੀਤਾ ਸਕਦਾ, ਪਰ ਸਰਕਾਰ ਕੋਲ ਇੱਕ ਇਨਫਰਾਸਟ੍ਰਕਚਰ ਹੈ। ਜੇ ਸੱਭਿਆਚਾਰਕ ਨੀਤੀ ਅੱਜ ਪੰਜਾਬ ਕਲਾ ਭਵਨ 'ਚ ਪਈ ਹੈ ਤੇ ਉਹਨੂੰ ਬਾਹਰ ਲੈ ਕੇ ਜਾਣਾ ਚਾਹੀਦਾ, ਉਹਨੂੰ ਦੱਸਣਾ ਚਾਹੀਦਾ ਕਿ ਸੱਭਿਆਚਾਰ ਹੈ ਕੀ ਹੈ, ਸਾਡੀ ਨੀਤੀ ਕੀ ਹੈ, ਸਾਡਾ ਵਿਰਸਾ ਕੀ ਹੈ, ਸਾਡਾ ਸਾਰਾ ਕੁਝ ਕੀ ਹੈ। ਜਦੋਂ ਇਹ ਗੱਲ ਬਾਹਰ ਨਹੀਂ ਜਾਊਗੀ ਤੇ ਫਿਰ ਇਹੋ ਜਿਹੇ ਸਿੰਗਰ ਸਾਹਮਣੇ ਆਉਣਗੇ। ਪਰ ਮੈਂ ਬਹੁਤ ਕਲੀਅਰ ਹਾਂ, ਗੁਰਦਾਸ ਮਾਨ ਹੈ, ਸਤਿੰਦਰ ਸਰਤਾਜ ਦਾ ਤੁਸੀਂ ਨਾਂ ਲਿਆ, ਹਰਭਜਨ ਮਾਨ ਹੈ, ਇਸੇ ਤਰ੍ਹਾਂ ਸੁਰਿੰਦਰ ਸ਼ਿੰਦਾ ਨੇ, ਮੁਹੰਮਦ ਸਦੀਕ ਨੇ। ਦੇਖੋ, ਮੈਂ ਫਿਰ ਪਹਿਲਾਂ ਵੀ ਕਹੀ ਗੱਲ ਵੀ ਮਨੋਰੰਜਨ ਹਰੇਕ ਗੀਤ 'ਚ ਹੈ, ਦੋਹਰਾ ਅਰਥ ਹਰੇਕ ਸੰਗੀਤ 'ਚ ਹੈਗਾ, ਆਪਾਂ ਨੂੰ ਸੁਣਨ 'ਚ ਮਿਲਦਾ। ਬਹੁਤ ਵੱਡੇ ਸਾਡੇ ਜਿਹੜੇ ਗਵਈਏ ਨੇ, ਮੈਂ ਨਾਂ ਨਹੀਂ ਲਊਂਗਾ, ਉਹਨਾਂ 'ਚ ਵੀ ਇਹ ਮਿਲਦਾ, ਪਰ ਇੱਕ ਸੀਮਾ ਸੀ, ਇੱਕ ਸੀਮਾ ਸੀ। ਉਹਦੇ 'ਚ ਤੁਹਾਨੂੰ ਸਕੂਨ ਵੀ ਮਿਲਦਾ ਸੀ, ਉਹਦੇ 'ਚ ਤੁਹਾਨੂੰ ਥੋੜਾ ਜਿਹਾ ਹਾਸਾ ਵੀ ਹੁੰਦਾ ਸੀ, ਚੋਲ ਪੋਲ ਵੀ ਹੁੰਦਾ ਸੀ, ਪਰ ਉਹਦੇ 'ਚ ਘੱਟੋ ਘੱਟ ਇਹ ਚੀਜ਼ਾਂ ਨਹੀਂ ਹੁੰਦੀਆਂ ਵੀ ਤੁਹਾਨੂੰ ਉਕਸਾ ਕੇ ਡਾਂਗ ਚੱਕਣ ਲਈ, ਬੰਦੂਕ ਚੱਕਣ ਲਈ, ਜਾਂ ਕੁੜੀਆਂ ਤੇ ਮਾੜੀ ਨਿਗਾਹ ਰੱਖਣ ਦੀ ਵਾਲੀ ਗੱਲ ਨਹੀਂ ਸੀ ਹੁੰਦੀ। ਇਹਦੇ ਲਈ ਮੈਂ ਫਿਰ ਕਹੂੰਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਜਿਹੜੀ ਹੈ, ਉਹ ਬਹੁਤ ਵੱਡਾ ਰੋਲ ਅਦਾ ਕਰ ਸਕਦੀ। ਕਿਉਂ ਨਹੀਂ ਇਹਦੇ ਬਾਰੇ ਇੱਕ ਸੈੱਲ ਹੀ ਬਣਾ ਦਿੱਤਾ ਜਾਵੇ, ਜਿਹੜਾ ਗਾਇਕ ਪੁੱਠੀ ਸਿੱਧੀ ਗਾਇਕੀ ਗਾਉਂਦਾ, ਕੀ ਕਰਨਾ ਉਹਨੂੰ 4 ਲਾਈਨਾਂ ਦਾ ਪੱਤਰ, ਇਹਨਾਂ ਦੇ ਪੈਰ ਹੈ ਨਹੀਂਗੇ, ਨਾ ਇਹਨਾਂ ਨੂੰ ਕੋਈ ਸਮਝ ਹੈ, ਨਾ ਅਕਲ ਹੈ, ਜਿਹੜੇ ਇਹ ਕੰਮ ਕਰਦੇ ਨੇ। ਤੁਸੀਂ ਇੱਕ ਲੈਟਰ ਇਹਨਾਂ ਨੂੰ ਲਿਖ ਕੇ ਕਹਿਤਾ ਜਾਵੇ ਵੀ ਪੁੱਤ ਤੂੰ ਇੰਨੇ ਦਿਨਾਂ ਬਾਅਦ ਮੇਰੇ ਕੋਲ ਆ, ਤੈਨੂੰ ਸਮਝਾਉਣਾ, ਤੂੰ ਠੀਕ ਗਾ ਨਹੀਂ ਰਿਹਾ, ਤੂੰ ਪੰਜਾਬ ਦਾ ਬੇੜਾ ਗਰਕ ਕਰ ਰਿਹਾ। ਇੱਕ ਇੰਨਾ ਲੈਟਰ ਚੱਲ ਜੇ, ਉਹਦੇ ਨਾਲ ਇਹਨਾਂ ਦੇ ਪੈਰ ਥਿੜਕ ਜਾਣਗੇ। ਪਰ ਇਹ ਕਰਨ ਵਾਲਾ ਹੀ ਕੋਈ ਨਹੀਂ। ਉਦਾਹਰਨ ਹੁਣੇ ਦੇਖ ਚੁੱਕੇ ਆ ਕਿ ਜਿਹੜੇ ਬੜੇ ਦਮਗਜੇ ਮਾਰਦੇ ਸੀ ਔਰ ਪੁਲਿਸ ਸਟੇਸ਼ਨ ਦੇ ਵਿੱਚ ਕੀ ਹਾਲ ਹੋਇਆ, ਉਹ ਸਭ ਤੋਂ ਵੱਡੀ ਉਦਾਹਰਨ ਹੈ। 2 ਦਿਨ ਹਵਾਲਾ 'ਚ ਰਹਿਣ 'ਚ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੇਰੀ ਔਕਾਤ ਕੀ ਹੈ। ਬਿਲਕੁਲ ਠੀਕ ਹੈ। ਇੰਦਰਪਾਲ ਜੀ, ਇੱਕ ਆਖਰੀ ਸਵਾਲ ਮੈਂ ਜ਼ਰੂਰ ਤੁਹਾਡੇ ਤੋਂ ਪੁੱਛਾਂਗਾ। ਮੈਂ ਇਹਨਾਂ ਗਾਇਕਾਂ ਦੀ ਉਦਾਹਰਨ ਲੈਣਾ, ਬੜੀ ਵਾਰੀ ਹੁੰਦਾ ਹੈ ਕਿ ਧਰਮ ਦੀ ਆੜ ਦੇ ਵਿੱਚ ਅਸੀਂ ਸਿੱਖ ਹੁੰਨੇ ਆ, ਅਸੀਂ ਸਰਦਾਰ ਹੁੰਨੇ ਆ, ਅਸੀਂ ਫਲਾਣੇ ਹੁੰਨੇ ਆ। ਇਸ ਮਾਮਲੇ ਦੇ ਵਿੱਚ ਵੀ ਅਸੀਂ ਦੇਖਿਆ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਲੋਕ ਥੋੜੇ ਬਹੁਤੇ ਧਰਮ ਨਾਲ ਜੁੜੇ ਹੋਏ ਨੇ, ਜਾਂ ਜਿਹੜੇ ਲੋਕ ਸਮਝਦੇ ਨੇ ਕਿ ਅਸੀਂ ਸਿੱਖ ਤੇ ਹਿੰਦੂਆਂ ਦੇ ਵਿੱਚ ਫਰਕ ਸਮਝਦੇ ਨੇ, ਉਹਨਾਂ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਮਾਮਲੇ ਦੇ ਵਿੱਚ ਇਹ ਕਿਹਾ ਗਿਆ, ਸਟੇਜ ਤੇ ਕਿਹਾ ਗਿਆ ਕਿ ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ ਮੂੰਹ ਕੀ ਦਿਖਾਵਾਂਗੇ, ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੂੰਹ ਕੀ ਦਿਖਾਵਾਂਗੇ। ਅਰੇ ਤੁਸੀਂ ਕੀ ਮੂੰਹ ਦਿਖਾਓਗੇ? ਉਹਨਾਂ ਨੇ ਤਾਂ ਖੰਡੇ ਬਾਟੇ ਦੀ ਪੌਲ ਦੀ ਵੀ ਗੱਲ ਕੀਤੀ, ਉਹਨਾਂ ਨੇ ਕੇਸ ਰੱਖਣ ਦੀ ਵੀ ਗੱਲ ਕੀਤੀ। ਮਤਲਬ ਜੋ ਤੁਹਾਨੂੰ ਸੂਟ ਕਰਦਾ ਤੁਸੀਂ ਉਹਨਾਂ ਦਾ ਚੱਕ ਲਓ, ਜਿਹੜਾ ਤੁਹਾਨੂੰ ਸੂਟ ਨਹੀਂ ਕਰਦਾ ਤੁਸੀਂ ਉਹਦੀ ਗੱਲ ਹੀ ਨਾ ਕਰੋ। ਇਹ ਇੱਕ ਜ਼ਰੀਆ, ਇੱਕ ਢੰਗ ਨਹੀਂ ਬਣ ਗਿਆ ਲੋਕਾਂ ਨੂੰ ਆਪਣੇ ਨਾਲ ਕਰਨ ਦਾ।
ਮੈਂ ਵੀ ਜੀ ਪਹਿਲਾਂ ਵੀ ਕਿਹਾ ਸੀਗਾ ਕਿ ਇਸ ਮਾਰਕੀਟਿੰਗ ਦੇ ਮੰਡੀ ਦੇ ਯੁੱਗ ਦੇ ਵਿੱਚ ਉਹਨਾਂ ਨੂੰ ਜਿਹੜਾ ਜਿੱਥੋਂ ਮੰਡੀ 'ਚੋਂ 4 ਪੈਸੇ ਲੱਭਣਗੇ ਜਾਂ 4 ਫਾਲੋਅਰ ਲੱਭਣਗੇ ਉਦੋਂ ਤੁਰ ਪੈਣਗੇ। ਇਹੀ ਗਾਇਕ ਜਿਹੜੇ ਹਾਈ ਐਂਡ ਗੱਡੀਆਂ ਦੇ 150 ਤੇ ਛੱਡੀਆਂ ਗਾ ਰਹੇ ਆ, ਉਹੀ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀ ਗੱਲ ਸੁਣਾ ਰਹੇ ਆ। ਮੈਨੂੰ ਦੱਸੋ ਵੀ ਸਾਹਿਬਜ਼ਾਦਿਆਂ ਦਾ ਜਿਹੜਾ ਇੱਕ ਰੋਲ ਮਾਡਲ ਹੈ ਤੇ ਉਹ ਹਾਈ ਐਂਡ ਗੱਡੀਆਂ ਵਾਲਾ ਰੋਲ ਮਾਡਲ ਹੈ, ਉਹ ਦੋਨਾਂ ਇੱਕੋ ਦੇ ਮੂੰਹ ਤੇ ਜੱਚਦਾ ਹੀ ਨਹੀਂ ਹੈ। ਦੇਖੋ ਰਵੀ ਜੀ, ਮੈਂ ਗੱਲ ਬੜੇ ਉਹਦੇ ਨਾਲ ਕਹਿਣਾ ਕਿ ਜਿਹੜੀ ਸੰਗੀਤ ਹੈ ਰੂਹ ਦੀ ਖੁਰਾਕ ਹੈ। ਸੰਗੀਤ ਕੰਨਾਂ ਦਾ ਸੀਗਾ, ਅੱਜ ਸੰਗੀਤ ਅੱਖਾਂ ਦਾ ਰਸ ਬਣ ਗਿਆ, ਇਹ ਕੰਨ ਰਸ ਨਹੀਂ ਰਿਹਾ। ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੀ ਗੱਲ ਕਹੀ ਸੀ ਤੇ ਉਹਨਾਂ ਨੇ ਸੰਗੀਤ ਨਾਲ ਗੱਲ ਸ਼ੁਰੂ ਕੀਤੀ ਸੀ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਤੇ ਜਦੋਂ ਉਹਨਾਂ ਨੇ ਉਹ ਬਈ ਨਦੀ ਚੋਂ ਬਾਹਰ ਨਿਕਲ ਕੇ ਸ਼ਬਦ ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ 'ਚ ਵੀ, ਸ਼ਾਮ ਨੂੰ ਰਹਿਰਾਸ ਸਾਹਿਬ 'ਚ ਵੀ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਉਹ ਚੋਂ ਜਦੋਂ ਕਹਿ ਰਹੇ ਨਾ ਵੀ ਗਾਵੇ ਤੂੰ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ, ਉਹ ਇੱਥੋਂ ਜਾ ਕੇ ਨੇ ਵੀ ਹੋਰ ਕਿਤੇ ਗਾਵਣ ਸੇਮੇ ਚਿਤ ਨਾ ਆਵਣ। ਸਾਰੀ ਕਾਇਨਾਤ ਸਾਰੀ ਚੀਜ਼ ਇਹ ਸੰਗੀਤਬੱਧ ਹੈ, ਗਾ ਰਹੀ ਹੈ, ਇੱਕ ਲੈਅ ਦੇ ਵਿੱਚ ਗਾ ਰਹੀ ਹੈ। ਮਤਲਬ ਉਹ ਗੁਰੂ ਨਾਨਕ ਸਾਹਿਬ ਜਿਹੜਾ ਉਹ ਸੰਗੀਤ ਸੀਗਾ, ਉਹ ਸੰਗੀਤ ਰੂਹ ਦੀ ਖੁਰਾਕ ਸੀ। ਉਹ ਸੰਗੀਤ ਨੇ ਬਾਬਰ ਨੂੰ ਟੁੰਬਿਆ ਜਦੋਂ ਉਸ ਵਕਤ ਇਹ ਕਹਿਣਾ ਕਿ ਪਾਪ ਦੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇਲਾ, ਕਿੰਨੀ ਹਿੰਮਤ ਸੀ ਇਹ ਬੋਲਣ, ਕਿੱਡੀ ਵੱਡੀ ਉਹ ਸੰਗੀਤ ਸੀ। ਉਹ ਸੰਗੀਤ ਨੇ ਕਿੱਡਾ ਵੱਡਾ ਇਨਕਲਾਬ ਲਿਆਂਦਾ ਜਦੋਂ ਇੱਥੋਂ ਤੱਕ ਕਿ ਉਹਨਾਂ ਨੇ ਪਰਮਾਤਮਾ ਨੂੰ ਵਾਹਿਗੁਰੂ ਨੂੰ ਵੀ ਮਿਹਣਾ ਮਾਰਦਾ ਕਿ ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਫਿਰ ਉਸ ਵਕਤ ਉਹਨਾਂ ਨੇ ਗੱਲ ਕੀ ਕਹੀ ਸੀਗੇ ਕਿ ਵੀ ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਜਦੋਂ ਸੱਚ ਦੀ ਗੱਲ ਕਰੋਗੇ ਤੇ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਵੀ ਤੈ ਸਾਹਿਬ ਕੀ ਬਾਤ ਜੇ ਆਖੈ ਕਿਉ ਸਾਹਿਬ ਕਿਆ ਕੀਜੈ, ਸੀਸ ਵੱਡੇ ਅਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਵੀ ਜਦੋਂ ਮੇਰੇ ਉਹ ਸਾਹਿਬ ਦੀ ਕੋਈ ਗੱਲ ਕਰੇਗਾ ਤੇ ਮੈਂ ਉਹਦੀ ਸੇਵਾ ਸੀਸ ਵੱਢ ਕੇ ਉਹਨੂੰ ਬਹਿਣ ਨੂੰ ਦੇਵਾਂਗਾ ਤੇ ਬਿਨਾਂ ਸਿਰ ਤੋਂ ਉਹਦੀ ਸੇਵਾ ਕਰਾਂਗਾ। ਇਹ ਜਦੋਂ ਫਾਲੋਇੰਗ ਦੀ ਗੱਲ ਹੈ ਨਾ ਜੀ, ਇਹ ਵੀ ਸੰਗੀਤ ਦੀ ਫਾਲੋਇੰਗ ਸੀ ਨਾ ਗੁਰੂ ਸਾਹਿਬ ਨੇ ਜਦੋਂ ਗੱਲ ਕੀਤੀ। ਤੇ ਫਾਲੋਅਰ ਤਾਂ ਤੁਹਾਨੂੰ ਲੱਭਣਗੇ। ਅੱਜ ਅਸੀਂ ਰੋਲ ਮਾਡਲ ਨੌਜਵਾਨਾਂ ਦੇ ਇਹਨਾਂ ਨੂੰ ਬਣਾ ਰਹੇ ਹਾਂ। ਇਹਨਾਂ ਦਾ ਜਿਹੜਾ ਬਹੁਤ ਵਧੀਆ ਇਹਨਾਂ ਨੇ ਗੱਲ ਕਹੀ ਵੀ ਉਹ ਕਿਹੜੇ ਜੱਟ, ਉਹ ਕਿਹੜੇ ਕਿਸਾਨ ਦੀ ਗੱਲ ਕਰਦੇ ਹੋ। ਪੰਜਾਬ 'ਚ ਤਾਂ ਆ ਕੇ ਦੇਖੋ ਨਾ ਪੰਜਾਬ 'ਚ ਕੀ ਹੋ ਰਿਹਾ। ਨੌਜਵਾਨ ਖੇਤੀ ਛੱਡ ਰਹੇ ਆ। ਜਿਹੜਾ ਉਹ ਕਿਸੇ ਟਾਈਮ ਕਰਤਾਰ ਸਿੰਘ ਬਲੱਗਣ ਨੇ ਇੱਕ ਗਾਣਾ ਲਿਖਿਆ ਸੀ, ਅਸੀਂ ਛੋਟੇ ਹੁੰਦੇ ਸੁਣਿਆ ਸੀ ਉਦੋਂ, ਕਿਉਂਕਿ ਬਹੁਤੇ ਜਿਹੜਾ ਖੇਤੀ ਤੋਂ ਤੰਗ ਆ ਜਾਂਦਾ ਸੀ ਤੇ ਜਾਂ ਉਹ ਟਰੱਕ ਡਰਾਈਵਰ ਬਣ ਜਾਂਦਾ ਸੀ ਤੇ ਜਾਂ ਫੌਜ 'ਚ ਭਰਤੀ ਹੋ ਜਾਂਦਾ ਸੀ। ਤੇ ਉਦੋਂ ਕਰਤਾਰ ਸਿੰਘ ਬਲੱਗਣ ਨੇ ਕਿਹਾ ਸੀ ਕਿ ਮੁੜਿਆ ਲਾਮਾ ਤੋਂ ਤੈਨੂੰ ਘਰੇ ਬੜਾ ਰੁਜ਼ਗਾਰ, ਕਣਕਾਂ ਨਿਸਰ ਗਈਆਂ ਤੂੰ ਆ ਕੇ ਝਾਤੀ ਮਾਰ। ਉਹ ਜਾਂ ਭਾਖੜੇ ਤੋਂ ਆਉਂਦੀ ਇੱਕ ਮੁਟਿਆਰ ਨੱਚਦੀ। ਮਤਲਬ ਉਹ ਜਿਹੜੀ ਖੇਤੀ ਨੂੰ ਪ੍ਰਫੁੱਲਿਤ ਕਰਨ ਦੇ ਲਈ, ਖੇਤੀ ਵੱਲ ਨੌਜਵਾਨ ਨੂੰ ਆਕਰਸ਼ਿਤ ਕਰਨ ਦੇ ਲਈ ਉਹ ਜਿਹੜੇ ਗਾਣੇ ਸੰਗੀਤ ਲਿਖੇ ਆਸਾਸੀ ਮਸਤਾਨਾ ਦੇ ਸੁਣ ਲਓ, ਸੁਰਿੰਦਰ ਕੌਰ ਦੇ ਸੁਣ ਲਓ, ਉਹ ਸੰਗੀਤ ਕਿੱਥੇ ਗੁਆਚ ਗਿਆ। ਉਹ ਸੰਗੀਤ ਮੈਂ ਮਾਫ ਕਰਨਾ, ਮੈਂ ਦੋਨੋਂ ਪਾਸੇ ਕਹਿ ਰਿਹਾ ਕਿ ਸਰਕਾਰ ਦੀ ਤਰਾਸਦੀ ਹੈ ਕਿ ਅੱਜ ਤੱਕ ਅਸੀਂ ਸੱਭਿਆਚਾਰਕ ਨੀਤੀ ਨਹੀਂ ਬਣਾ ਸਕੇ ਕਿ ਸਾਡਾ ਪੰਜਾਬ ਦਾ ਸੱਭਿਆਚਾਰ ਕੀ ਹੈ, ਉਹਨੂੰ ਕਿਵੇਂ ਪ੍ਰਫੁੱਲਿਤ ਕਰਨਾ ਹੈ, ਕਿਵੇਂ ਅਸੀਂ ਉਹਨੂੰ ਮਿਲ ਕੇ ਅਸੀਂ ਕਿਹੜੇ ਗਾਇਕਾਂ ਨੂੰ ਪ੍ਰਮੋਟ ਕਰਨਾ ਹੈ, ਕੀ ਕਰਨਾ ਹੈ। ਡੇਰੇਵਾਦ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ, ਇਹਨਾਂ ਜਿਹੜੇ ਲੱਚਰ ਗਾਇਕੀ ਵਾਲੇ ਇਹਨਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ। ਤੇ ਅਸੀਂ ਲੋੜੇ ਦਾਖ ਬਜੋਰੀਆਂ ਤੇ ਕਿੱਕਰ ਬੀਜਿਆ ਜੱਟ, ਕਿਹੜੀ ਅਸੀਂ ਪੰਜਾਬ ਦਾ, ਅਸੀਂ ਕਿੱਥੋਂ ਅਸੀਂ ਲੱਭਾਂਗੇ, ਕਿਹੜਾ ਅਸੀਂ ਮਿਲ ਕੇ ਪੰਜਾਬ ਦਾ ਨੌਜਵਾਨ ਕਿੱਥੋਂ ਲੱਭਾਂਗੇ, ਕਿਵੇਂ ਅਸੀਂ ਉਹ ਰੋਲ ਮਾਡਲ ਲੱਭਾਂਗੇ। ਕਿੱਥੇ ਸਾਹਿਬਜ਼ਾਦਿਆਂ ਦੀ ਅਸੀਂ ਗੱਲ ਕਰ ਰਹੇ ਹਾਂ, ਕਿੱਥੇ ਉਹਨਾਂ ਕੁਰਬਾਨੀ ਵਾਲੇ ਸਿੱਖਾਂ ਦੀ ਗੱਲਾਂ ਕਰ ਰਹੇ ਹਾਂ, ਤੇ ਕਿਹੜੇ ਜਿਹੜੇ ਉਹ ਤੁੰਬੀ ਵਜਾਉਂਦਾ ਜਮਲਾ ਜੱਟ। ਮੈਂ ਆਪ ਦੇਖਿਆ ਜੀ ਬਚਪਨ ਦੇ ਵਿੱਚ ਕਿ ਉਹ ਧੌੜੀ ਦੀ ਜੁੱਤੀ ਪਾ ਕੇ ਤੇ ਉਹ ਜਿਸ ਤਰੀਕੇ ਨਾਲ ਉਹ ਗਾਉਂਦਾ ਸੀ। ਅੱਜ ਸਾਡੇ ਜੰਮਣ ਤੋਂ ਪਹਿਲਾਂ ਦੇ ਜਿਹੜੇ ਗਾਣੇ ਸੀ ਬਲਕਿ 70 60 ਸਾਲ ਪੁਰਾਣੇ ਗਾਣੇ ਉਹ ਅੱਜ ਵੀ ਵੱਜ ਰਹੇ, ਅੱਜ ਵੀ ਲੋਕ ਸੁਣ ਰਹੇ ਆ। ਸੰਗੀਤ ਉਹਨੂੰ ਕਹਿੰਦੇ ਸੀ, ਉਹ ਰੂਹ ਦੀ ਖੁਰਾਕ। ਬਿਲਕੁਲ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਸੋ ਇਹੀ ਆਸ ਤੇ ਉਮੀਦ ਰੱਖਦੇ ਹਾਂ ਕਿ ਜਿਹੜੀਆਂ ਗੱਲਾਂ ਨਾ ਮਾਹਰਾਂ ਨੇ ਕਹੀਆਂ ਹੈਗੀਆਂ, ਕਿਉਂਕਿ ਵੰਨਗੀ ਹਰ ਤਰ੍ਹਾਂ ਦੀ ਮਾਰਕੀਟ ਦੇ ਵਿੱਚ ਹੈਗੀ ਹੈ ਔਰ ਇਹ ਡਿਪੈਂਡ ਕਰਦਾ ਤੁਹਾਡੇ ਤੇ ਕਿ ਤੁਸੀਂ ਕੀ ਸੁਣਨਾ ਚਾਹੁੰਦੇ ਹੋ। ਔਰ ਇਹ ਯਾਦ ਰੱਖਣਾ ਕਿ ਜੋ ਤੁਸੀਂ ਸੁਣੋਗੇ ਉਹੀ ਪ੍ਰਫੁੱਲਤ ਹੋਏਗਾ, ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਾਡੇ ਸੁਣਨ ਨਾਲ ਇਕੱਲੇ ਨਾਲ ਫਰਕ ਨਹੀਂ ਪੈਂਦਾ ਔਰ ਇਦਾਂ ਹੀ ਜਦੋਂ ਸਾਰੇ ਸੋਚਦੇ ਨੇ ਤਾਂ ਮਾਰਕੀਟ ਦੇ ਵਿੱਚ ਉਹੀ ਵਿਕਦਾ ਜੋ ਤੁਸੀਂ ਸੁਣਨਾ ਚਾਹੁੰਦੇ ਹੋ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।